ਉਸਤਾਦ ਬੜੇ ਗੁਲਾਮ ਅਲੀ ਖਾਨ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਰਦੇ ਸਨ, ਬੱਚਿਓ ਰਿਆਜ਼ ਕਰੋ, ਰਿਆਜ਼ ਤੋਂ ਬਗੈਰ ਤੁਹਾਡਾ ਕੰਮ ਨਹੀਂ ਚੱਲਣਾ। ਵਾਕ ਸੁਣਨਾ ਉਹਨਾਂ ਦਾ, ਉਸਤਾਦ ਬੜੇ ਗੁਲਾਮ ਅਲੀ ਖਾਨ। ਬੱਚਿਓ ਰਿਆਜ਼ ਕਰਦੇ ਕਰਦੇ ਜਦੋਂ ਤੁਸੀਂ ਸੁਰਮੇ ਜਿੰਨੇ ਬਰੀਕ ਹੋ ਗਏ, ਫਿਰ ਕਿਸੇ ਸੋਹਣੀ ਅੱਖ ਦਾ ਸ਼ਿੰਗਾਰ ਬਣੋਗੇ। ਰਿਆਜ਼ ਕਰੋ। ਤੋ ਕੀਰਤਨ, ਕਥਾ, ਅਰਥ ਰਿਆਜ਼ ਤੋਂ ਬਗੈਰ ਨਹੀਂ ਹੁੰਦੇ। ਮਹਾਰਾਜ ਇਹਨਾਂ ਨੂੰ ਹੋਰ ਬਲ ਬਖਸ਼ਣ, ਮਿਹਨਤ ਕਰਨ ਅਤੇ ਖਾਲਸਾ ਪੰਥ 'ਚ ਪ੍ਰਵਾਨ ਹੋਣ। ਸੋਚਦਾ ਰਿਹਾ ਸੀ ਕਿੱਥੋਂ ਸ਼ੁਰੂ ਕਰੀਏ ਗੱਲ। ਬੇਅੰਤ ਵੱਡੇ ਗੁਰੂ ਮਹਾਰਾਜ, ਬੇਅੰਤ ਵੱਡਾ ਖਾਲਸਾ ਪੰਥ। ਖਿਆਲ ਆਇਆ ਕਿ ਜਿਹੜੀਆਂ ਇੱਕ ਦੋ ਗੱਲਾਂ ਆਮ ਨੇ ਹਨ, ਉਹ ਸੰਗਤ ਨਾਲ ਆਪਾਂ ਸਾਂਝੀਆਂ ਕਰੀਏ, ਫਿਰ ਗੁਰੂ ਦਾ ਜਸ ਕਰਾਂਗੇ। ਜਨਮ ਸਾਖੀਆਂ ਦੇ ਵਿੱਚੋਂ ਕੁਝ ਹਵਾਲੇ ਦਿਆਂਗੇ। ਮੈਂ ਈਰਾਨ ਦਾ ਵਿਜ਼ਿਟਿੰਗ ਪ੍ਰੋਫੈਸਰ ਹਾਂ। ਉੱਥੇ ਕੁੰਮ ਸ਼ਹਿਰ ਹੈ ਇੱਕ ਬੜਾ ਵੱਡਾ। ਉਸ ਸ਼ਹਿਰ 'ਚ ਸੰਸਾਰ ਦੇ ਧਰਮਾਂ ਦੀ ਯੂਨੀਵਰਸਿਟੀ ਹੈ, ਦਾਨਸ਼ਗਾਹ ਆਦੀਆਨ, ਸੰਸਾਰ ਦੇ ਧਰਮਾਂ ਦੀ ਯੂਨੀਵਰਸਿਟੀ। ਉੱਥੇ ਉਹਨਾਂ ਨੇ ਸਿੱਖ ਸਟੱਡੀਜ਼ ਵਾਸਤੇ ਮੈਨੂੰ ਵਿਜ਼ਿਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਹੋਇਆ। ਗਿਆ, ਗੱਲਾਂ ਸੁਣੀਆਂ, ਵਿਦਿਆਰਥੀ ਆ ਗਏ, ਪ੍ਰੋਫੈਸਰ ਆ ਗਏ। ਹਾਲ 'ਚ ਮੈਨੂੰ ਕਹਿਣ ਲੱਗੇ, ਤੁਸੀਂ ਆਪਣੇ ਦੀਨ ਬਾਰੇ ਕੁਝ ਦੱਸੋ। ਮੈਂ ਬਿਸਮਿल्ला ਨੂੰ ਰੱਟਾ ਵੀ ਲਾ ਕੇ ਲੈ ਗਿਆ ਸੀ, ਲਿਖ ਕੇ ਵੀ ਲੈ ਗਿਆ ਸੀ ਵੀ ਉੱਥੇ ਬਿਸਮਿल्ला ਪੜ੍ਹਾਂਗੇ। ਆਪਾਂ ਨੂੰ ਵੀ ਖੁਸ਼ੀ ਹੁੰਦੀ ਹੈ ਕੋਈ ਗੈਰ ਸਿੱਖ ਵਿਦਵਾਨ ਸੰਗਤ 'ਚ ਆ ਕੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਫਤਿਹ ਅਰਜ਼ ਕਰੇ। ਤਾਂ ਉਹਨਾਂ ਨੂੰ ਬਿਸਮਿल्ला ਪਿਆਰਾ ਲੱਗਦਾ ਹੈ। ਆਪਾਂ ਬਿਸਮਿल्ला ਨੂੰ ਯਾਦ ਕਰਕੇ ਜ਼ਬਾਨੀ ਪਹੁੰਚੇ। ਫਿਰ ਮੈਂ ਸੋਚਿਆ ਵੀ ਬਿਸਮਿल्ला ਇਹ ਸਾਰੇ ਹੀ ਪੜ੍ਹ ਰਹੇ ਨੇ ਅਤੇ ਗੁਰੂ ਸਾਹਿਬਾਨ ਦਾ ਹਰੇਕ ਵਾਕ ਮੇਰਾ ਬਿਸਮਿल्ला ਹੈ। ਆਪਾਂ ਫਾਰਸੀ ਇਹਨਾਂ ਦੀ ਮਾਦਰੀ ਜ਼ੁਬਾਨ ਹੈ, ਮਦਰ ਟੰਗ। ਮੈਂ ਜ਼ਫਰਨਾਮੇ ਦਾ ਮੈਂ ਕਿਹਾ ਜੀ ਮੈਂ ਆਪਣਾ ਬਿਸਮਿल्ला ਪੜ੍ਹਦਾ ਤੁਹਾਡੀ ਨਜ਼ਰ 'ਚ। ਮੈਂ ਬਿਸਮਿल्ला ਪੜ੍ਹਿਆ ਜੀ, ਪਹਿਲਾ ਸ਼ੇਰ ਜ਼ਫਰਨਾਮੇ ਦਾ। ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਸਾਰੀ ਮਜਲਿਸ ਖੜੀ ਹੋ ਗਈ, ਸਾਰੇ ਵਿਦਿਆਰਥੀ, ਸਾਰੇ ਪ੍ਰੋਫੈਸਰ ਖੜੇ ਹੋ ਗਏ। ਕਹਿਣ ਲੱਗੇ ਇੰਨਾ ਪਿਆਰਾ ਬਿਸਮਿल्ला ਅਸੀਂ ਕਦੇ ਸੁਣਿਆ ਹੀ ਨਹੀਂ। 5 ਵਾਰੀ ਗਾ ਕੇ ਪੜ੍ਹਾਂਗੇ ਤੁਹਾਡਾ ਬਿਸਮਿल्ला। 5 ਵਾਰੀ ਇਹ ਬਿਸਮਿल्ला ਈਰਾਨ 'ਚ ਪੜ੍ਹਿਆ ਗਿਆ। ਫਿਰ ਕਹਿਣ ਲੱਗੇ ਕਿੱਥੋਂ ਲਿਆ ਤੁਸੀਂ। ਮੈਂ ਕਿਹਾ ਸਾਡੇ 10ਵੇਂ ਅਤੇ ਆਖਰੀ ਨਬੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਖਤ ਲਿਖਿਆ ਸੀ ਔਰੰਗਜ਼ੇਬ ਨੂੰ, ਉਹਦਾ ਨਾਂ ਹੈ ਜ਼ਫਰਨਾਮਾ। ਜ਼ਫਰਨਾਮਾ ਦਾ ਪਹਿਲਾ ਸ਼ੇਰ ਹੈ। ਕਹਿਣ ਲੱਗੇ ਸਾਨੂੰ ਤਾਂ ਪਤਾ ਨਹੀਂ ਸੀ ਉੱਥੇ ਫਾਰਸੀ ਦੀ ਕਦਰ ਰਹੀ। ਮੈਂ ਕਿਹਾ ਚਲੋ ਇੰਨਾ ਤਾਂ ਮੈਂ ਦੱਸ ਦਿੰਦਾ ਕਿ ਮੁਗਲ ਪੀਰੀਅਡ ਦੌਰਾਨ ਉੱਥੇ ਸਰਕਾਰੀ ਜ਼ੁਬਾਨ ਹੈ ਹੀ ਹਿੰਦੁਸਤਾਨ 'ਚ ਫਾਰਸੀ ਸੀ। ਲੇਕਿਨ ਸ਼ਾਇਰ ਵੀ ਹੋਏ ਉੱਥੇ, ਜਿਨ੍ਹਾਂ 'ਚੋਂ ਮੈਂ ਸੁਪਰੀਮ ਮੰਨਦਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਉਹ ਕਹਿਣ ਲੱਗੇ ਉਹਨਾਂ ਦਾ ਕਲਾਮ ਸਾਨੂੰ ਦਿਓ। ਮੈਂ ਜ਼ਫਰਨਾਮਾ ਪ੍ਰਿੰਟ ਕੱਢ ਕੇ ਫਾਰਸੀ 'ਚ ਉਹਨਾਂ ਦੇ ਸਪੁਰਦ ਕਰ ਦਿੱਤਾ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਹਿੰਦੁਸਤਾਨ ਦੇ ਵਿੱਚ ਕਦੀ ਫਾਰਸੀ 'ਚ ਨਜ਼ਮ ਵੀ ਰਚੀ ਗਈ ਹੈ। ਐਡੀ ਸ਼ਾਨਦਾਰ ਨਜ਼ਮ ਰਚੀ ਗਈ ਹੈ ਤਾਂ ਖਾਬੋ ਖਿਆਲ 'ਚ ਨਹੀਂ ਸੀ। ਜਦੋਂ ਉਹਨਾਂ ਨੇ ਜ਼ਫਰਨਾਮਾ ਪੜ੍ਹਿਆ, ਉਦੋਂ ਹੀ ਫੈਸਲਾ ਹੋ ਗਿਆ ਕਿ ਇੱਕ ਪੇਪਰ ਨਵਾਂ ਇੰਟਰੋਡਿਊਸ ਕਰਾਂਗੇ MA ਫਾਰਸੀ 'ਚ, ਕਲਾਸੀਕਲ ਇੰਡੀਅਨ ਪਰਸ਼ੀਅਨ, ਹਿੰਦੁਸਤਾਨੀ ਕਲਾਸੀਕਲ ਫਾਰਸੀ, ਉਹਦਾ ਆਇਆ ਨਮੂਨਾ। ਹੁਣ ਤੁਸੀਂ ਦੇਖੋ ਸਾਧ ਸੰਗਤ ਜੀ, ਇਹ ਇਸ ਕਰਕੇ ਘਟਨਾ ਤੁਹਾਨੂੰ ਸੁਣਾਈ ਵੀ ਜ਼ਫਰਨਾਮੇ 'ਚ ਮੇਰਾ ਕੀ ਰੋਲ ਹੋਇਆ ਭਲਾ। 10ਵੇਂ ਪਾਤਸ਼ਾਹ ਨੇ ਰਚਿਆ, ਭਾਈ ਦਇਆ ਸਿੰਘ ਜੀ ਦੇ ਆਏ ਔਰੰਗਜ਼ੇਬ ਨੂੰ, ਔਰੰਗਜ਼ੇਬ ਨੇ ਪੜ੍ਹਿਆ। ਫਿਰ ਕੁਛ ਹੋਈਆਂ ਗੱਲਾਂ, ਕੁਛ ਘਟਨਾਵਾਂ ਵਾਪਰੀਆਂ। ਮੈਂ ਤਾਂ ਸਿਰਫ ਯਾਦ ਕੀਤਾ ਸੀ ਅਤੇ ਯਾਦ ਕੀਤਾ ਹੋਇਆ ਸੁਣਾ ਦਿੱਤਾ। ਇੱਜ਼ਤ ਮੇਰੀ ਹੋ ਗਈ। ਤਾਂ ਨਤੀਜੇ 'ਤੇ ਇਸ 'ਤੇ ਪਹੁੰਚੇ ਆਪਾਂ ਕਿ ਵੱਡਿਆਂ ਦੀ ਕੋਈ ਨਿਸ਼ਾਨੀ ਦਿਖਾ ਦਿਓ, ਇੱਜ਼ਤ ਆਪਣੀ ਹੋ ਜਾਣੀ। ਹੁਣ ਕੁੰਮ ਸ਼ਹਿਰ ਦੀ ਆਦੀਆਨ ਯੂਨੀਵਰਸਿਟੀ ਦੇ ਵਿੱਚ ਜ਼ਫਰਨਾਮਾ ਇੰਡੀਅਨ ਕਲਾਸੀਕਲ ਪਰਸ਼ੀਅਨ ਪੋਇਟਰੀ ਦੇ ਤੌਰ 'ਤੇ ਪੜ੍ਹਾਇਆ ਜਾਂਦਾ। ਇੱਕ ਤਾਂ ਇਹ ਗੱਲ ਤੁਹਾਡੀ ਨਜ਼ਰ ਕਰਨੀ ਸੀ, ਮੈਨੂੰ ਚੰਗੀ ਲੱਗੀ। ਅੱਛੀਆਂ ਗੱਲਾਂ, ਪੋਜ਼ੀਟਿਵ ਗੱਲਾਂ ਸ਼ੇਅਰ ਕਰਦੇ ਰਹੀਏ, ਹੌਸਲਾ ਮਿਲਦਾ, ਹੋਰ ਚੰਗਾ ਕੁਛ ਕਰਨ ਲਈ ਦਿਲ ਕਰਦਾ। ਮੈਂ ਪੁੱਛਿਆ ਤਹਿਰਾਨ ਦਾ ਗੁਰਦੁਆਰਾ ਤਾਂ ਦੇਖ ਲਿਆ, ਬੜਾ ਸ਼ਾਨਦਾਰ। ਹੋਰ ਕਿੱਥੇ ਕਿੱਥੇ ਗੁਰਦੁਆਰੇ ਨੇ ਈਰਾਨ 'ਚ? ਉਹਨਾਂ ਨੇ ਦੱਸਿਆ ਕਿ ਇੱਕ ਗੁਰਦੁਆਰਾ ਇਸਫਾਹਾਨ 'ਚ,
ਇੱਕ ਗੁਰਦੁਆਰਾ ਜ਼ਾਹਿਦਾਨ 'ਚ। ਇਸਫਹਾਨ ਸ਼ਹਿਰ ਤਾਂ ਮੈਂ ਦੇਖ ਲਿਆ ਸੀ, ਕਿਸੇ ਜ਼ਮਾਨੇ 'ਚ ਇਸਫਹਾਨ ਈਰਾਨ ਦੀ ਰਾਜਧਾਨੀ ਹੁੰਦੀ ਸੀ, ਕਿਸੇ ਜ਼ਮਾਨੇ 'ਚ ਸ਼ੇਖ ਸਾਦੀ ਦੇ ਸਮੇਂ ਸ਼ਿਰਾਜ਼ ਰਾਜਧਾਨੀ ਹੁੰਦੀ ਸੀ, ਅੱਜ ਕੱਲ੍ਹ ਉਹਨਾਂ ਦੀ ਰਾਜਧਾਨੀ ਤਹਿਰਾਨ ਹੈ। ਮੈਂ ਕਿਹਾ ਮੈਨੂੰ ਇਸਫਹਾਨ ਦਾ ਤਾਂ ਪਤਾ ਹੈ, ਬਤੌਰ ਰਾਜਧਾਨੀ ਪ੍ਰਸਿੱਧ ਹੈ, ਜ਼ਾਹਿਦਾਨ ਦੀ ਕੀ ਮਹੱਤਤਾ ਹੈ, ਜ਼ਾਹਿਦਾਨ ਗੁਰਦੁਆਰਾ ਕਿਵੇਂ ਬਣਿਆ, ਕਦੋਂ ਬਣਿਆ? ਉਹ ਕਹਿੰਦੇ ਜੀ ਪਾਕਿਸਤਾਨ 'ਚੋਂ ਸਿੱਖ ਆਏ ਸੀ, ਇੱਧਰ ਆਬਾਦ ਹੋਏ। ਪਾਕਿਸਤਾਨ ਅਤੇ ਈਰਾਨ ਦਾ ਜਿਹੜਾ ਬਾਰਡਰ ਹੈ, ਉਸ ਬਾਰਡਰ ਤੋਂ ਕੋਈ 250-300 ਕਿਲੋਮੀਟਰ ਈਰਾਨ ਵਾਲੇ ਪਾਸੇ ਉਹਨਾਂ ਨੇ ਜ਼ਮੀਨ ਖਰੀਦੀ ਸੀ, ਉੱਥੇ ਖੇਤੀ ਕਰਨ ਲੱਗ ਗਏ, ਵਸਦੇ ਰਹੇ। ਪਿੰਡ ਦਾ ਨਾਮ ਸੀ ਦੁਸ਼ਤਿਆਬ। ਦੁਸ਼ਤਿਆਬ ਮੈਨੇ ਹੁੰਦਾ ਪਾਣੀ ਚੋਰ, ਆਬ ਪਾਣੀ, ਦੁਸ਼ਤ ਚੋਰ। ਇਹ ਪਾਣੀ ਚੋਰ ਪਿੰਡ ਦਾ ਨਾਂ ਕਿਉਂ ਪੈ ਗਿਆ, ਕਿਹਨੇ ਪਾਣੀ ਚੋਰੀ ਕੀਤਾ ਸੀ, ਕਦੋਂ ਕੀਤਾ ਸੀ, ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ, ਪਿੰਡ ਦੇ ਲੋਕਾਂ ਨੂੰ ਨਹੀਂ ਪਤਾ, ਪਰ ਪੁਰਾਣਾ ਨਾਂ ਦੁਸ਼ਤਿਆਬ ਸੀ। ਮੈਂ ਪੁੱਛਿਆ ਫੇਰ? ਕਹਿਣ ਲੱਗੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਦਾ ਦੌਰਾ ਸੀ ਉਹਨਾਂ ਇਲਾਕਿਆਂ 'ਚ। ਬਾਦਸ਼ਾਹ ਸਲਾਮਤ ਆਪਣੀ ਟੁਕੜੀ ਰਾਹੀਂ ਘੋੜਿਆਂ 'ਤੇ ਸਵਾਰ ਹੋ ਕੇ ਜਾ ਰਹੇ ਸਨ, ਪਿੰਡ ਦੇ ਲੋਕਾਂ ਦੀਆਂ ਤਕਲੀਫਾਂ ਸੁਣਨ, ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਰਹੇ ਸਨ। ਦੁਸ਼ਤਿਆਬ ਪਿੰਡ ਵੱਲ ਜਾ ਰਹੇ ਸਨ ਅਤੇ ਦੁਸ਼ਤਿਆਬ ਪਿੰਡ ਦੇ 6 ਕਿਸਾਨ ਆਪਣੇ ਖੇਤਾਂ ਨੂੰ ਜਾ ਰਹੇ ਸਨ, ਸਾਬਤ ਸੂਰਤ, ਕਮੀਜ਼ ਪਜਾਮੇ ਪਹਿਨੇ ਹੋਏ, ਦਸਤਾਰਾਂ ਸਜਾਈਆਂ ਹੋਈਆਂ। ਬਾਦਸ਼ਾਹ ਨੇ ਜਦੋਂ ਇਹਨਾਂ ਸਿੱਖਾਂ ਨੂੰ ਆਉਂਦਿਆਂ ਦੇਖਿਆ, ਉਹਨਾਂ ਨੇ ਘੋੜਾ ਰੋਕਿਆ ਅਤੇ ਸਲਾਮ ਅਰਜ਼ ਕੀਤੀ ਅਤੇ ਕਿਹਾ, ਬੰਦਗੀ ਕਰਨ ਵਾਲੇ ਇਹੋ ਜਿਹੇ ਫਕੀਰ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖੇ ਨੇ। ਇਹ ਕਹਿ ਕੇ ਅੱਗੇ ਵੱਧ ਗਏ, ਕਿਸਾਨ ਆਪਣੇ ਖੇਤਾਂ ਨੂੰ ਚਲੇ ਗਏ। ਬਾਦਸ਼ਾਹ ਦੇ ਸਲਾਹਕਾਰਾਂ ਨੇ ਦੱਸਿਆ ਜੀ ਇਹ ਕੋਈ ਫਕੀਰ ਫਕੂਰ ਨਹੀਂ ਹਨ, ਇਹ ਤਾਂ ਜਾਹਲ ਕਿਸਾਨ ਨੇ ਹਿੰਦੁਸਤਾਨ ਦੇ, ਇਹਨਾਂ ਨੂੰ ਸਿੱਖ ਕਹਿੰਦੇ ਨੇ, ਇਹ ਖੇਤਾਂ ਨੂੰ ਚੱਲੇ ਨੇ ਆਪਣਾ ਕੰਮਕਾਰ ਕਰਨ ਲਈ। ਬਾਦਸ਼ਾਹ ਚੁੱਪ ਕਰ ਗਏ। ਪਿੰਡ ਗਏ, ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਨਿਪਟਾਰੇ ਕੀਤੇ। ਜਦੋਂ ਜਾਣ ਲੱਗੇ, ਜਾਣ ਤੋਂ ਪਹਿਲਾਂ ਕਹਿੰਦੇ ਰਸਤੇ 'ਚ ਮੈਨੂੰ ਬੰਦਗੀ ਕਰਨ ਵਾਲੇ ਫਕੀਰ ਮਿਲੇ ਸਨ, ਉਹਨਾਂ ਦੇ ਦੀਦਾਰ ਫੇਰ ਕਰਨੇ ਨੇ, ਇੱਕ ਵਾਰੀ ਉਹਨਾਂ ਨੂੰ ਸੱਦੋ। ਖੇਤਾਂ 'ਚੋਂ ਸਿੱਖ ਕਿਸਾਨਾਂ ਨੂੰ ਸੱਦ ਲਿਆ, ਪਹੁੰਚੇ। ਫਿਰ ਬਾਦਸ਼ਾਹ ਨੇ ਆਪਣਾ ਵਾਕ ਦੁਹਰਾਇਆ, ਤੁਹਾਡੇ ਵਰਗੇ ਬੰਦਗੀ ਕਰਨ ਵਾਲੇ ਫਕੀਰ ਮੈਂ ਪਹਿਲੀ ਵਾਰੀ ਦੇਖੇ ਨੇ। ਸਰਦਾਰ ਕਹਿੰਦੇ ਹਜ਼ੂਰ ਗੱਲਾਂ ਤਾਂ ਤੁਹਾਡੀਆਂ ਪਿਆਰੀਆਂ ਨੇ ਅਤੇ ਮਿੱਠੀਆਂ ਨੇ, ਸਾਨੂੰ ਆਪਣੀ ਇਬਾਦਤਗਾਹ ਉਸਾਰਨ ਦੀ ਆਗਿਆ ਨਹੀਂ ਹੈ ਇੱਥੇ। ਅਸੀਂ ਬੰਦਗੀ ਕਰਨ ਵਾਲੇ ਤਾਂ ਹਾਂ, ਲੇਕਿਨ ਗੁਰਦੁਆਰਾ ਬਣਾਉਣਾ ਹੈ ਅਸੀਂ, ਇੱਥੇ ਗੁਰਦੁਆਰਾ ਬਣਾਉਣ ਦੀ ਆਗਿਆ ਨਹੀਂ ਹੈ। ਕਾਹਦੀ ਫਕੀਰੀ ਹੈ ਸਾਡੀ ਫਿਰ, ਜੇ ਕਾਹਦਾ ਦੇਸ਼ ਹੈ ਜੇ ਤੁਹਾਡੇ ਮੂੰਹੋਂ ਇਉਂ ਲੱਗਿਆ ਕਿ ਤੁਸੀਂ ਫਕੀਰੀ ਨੂੰ ਪਸੰਦ ਕਰਦੇ ਹੋ, ਪਰ ਸਾਨੂੰ ਬੰਦਗੀ ਕਰਨ ਲਈ ਥਾਂ, ਗੁਰਦੁਆਰਾ, ਇਬਾਦਤਗਾਹ, ਮਸਜਿਦ ਸਿੱਖਾਂ। ਜੇ ਉੱਥੇ ਜਾ ਕੇ ਕਹੋ ਨਾ ਅਸੀਂ ਗੁਰਦੁਆਰੇ ਜਾਣਾ, ਸਾਨੂੰ ਗੁਰਦੁਆਰਾ ਦੱਸਿਓ, ਕਹਿੰਦੇ ਨੇ ਸਾਨੂੰ ਤਾਂ ਪਤਾ ਨਹੀਂ। ਜੇ ਕਹਿ ਦੋ ਸਿੱਖਾਂ ਦੀ ਮਸਜਿਦ 'ਚ ਜਾਣਾ ਅਸੀਂ, ਫਿਰ ਆਪ ਛੱਡ ਜਾਂਦੇ ਨੇ। ਜਦੋਂ ਬਾਬਾ ਫਰੀਦ ਜੀ ਕਹਿੰਦੇ ਨੇ ਨਾ, ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲਣਾ ਆਇਓ ਪੰਜੇ ਵਕਤ ਮਸੀਤ। ਉਹ ਪੰਜੇ ਵਕਤ ਮਸੀਤ ਚੱਲਣਾ ਜਿਹੜਾ ਉਹ ਨਿਤਨੇਮ ਦਾ ਇਸ਼ਾਰਾ ਹੈ ਉਹਨਾਂ ਦਾ। ਸਿੱਖ ਕਹਿੰਦੇ ਨੇ ਦੇਖੋ ਜੀ, ਗੁਰਦੁਆਰਿਆਂ 'ਚ ਆਪਣੇ ਆਪ ਨੂੰ ਗਾਲਾਂ ਦੇਈ ਜਾਂਦੇ ਨੇ ਸਿੱਖ, ਬਾਬਾ ਫਰੀਦ ਦੇ ਰਾਹੀਂ। ਇਹ ਗਾਲਾਂ ਨੇ, ਤੁਸੀਂ ਦੱਸ ਨਹੀਂ ਸਕਦੇ ਕਿ ਨਿਤਨੇਮ ਕੀ ਹੁੰਦਾ। ਨਮਾਜ਼ਾਂ ਮੈਨੂੰ ਅਕਸਰ ਪੁੱਛਿਆ ਕਰਦੇ ਜੀ ਤੁਸੀਂ ਨਮਾਜ਼ ਪੜ੍ਹਦੇ ਹੋ ਨੇ? ਮੈਂ ਕਿਹਾ ਹਾਂਜੀ ਪੜ੍ਹਦਾ ਹੁੰਦਾ। ਤੁਹਾਡੀਆਂ ਕਿੰਨੀਆਂ ਨਮਾਜ਼ਾਂ ਨੇ? ਮੇਰੀਆਂ ਵੀ 5 ਨਮਾਜ਼ਾਂ ਨੇ। 5 ਨਮਾਜ਼ਾਂ ਦਿਨ 'ਚ 5 ਵਾਰੀ ਪੜ੍ਹਦੇ ਹੋ ਤੁਸੀਂ? ਮੈਂ ਕਿਹਾ ਨਹੀਂ ਜੀ, 3 ਨਮਾਜ਼ਾਂ ਸਵੇਰੇ ਪੜ੍ਹ ਲੈਣਾ, 2 ਸ਼ਾਮ ਨੂੰ। ਕਹਿੰਦੇ ਤੁਹਾਡੇ ਨਬੀਆਂ ਨੇ ਤੁਹਾਡਾ ਕੰਮ ਸੁਖਾਲਾ ਕਰ ਦਿੱਤਾ। ਸਾਡੀਆਂ 5 ਨਮਾਜ਼ਾਂ 5 ਵਾਰ ਪੜ੍ਹਨੀਆਂ ਪੈਂਦੀਆਂ, ਇਹਨੂੰ ਦਿੱਕਤ ਆਉਂਦੀ, ਕੰਮਕਾਜ 'ਚ, ਕਾਰੋਬਾਰ 'ਚ ਵਿਘਨ ਪੈਂਦਾ। ਮੇਰਾ ਕਹਿਣ ਦਾ ਮਤਲਬ ਸਾਧ ਸੰਗਤ ਜੀ ਕਿ ਉਹ ਸਿੱਖ ਕਹਿੰਦੇ ਕਿ ਸਾਨੂੰ ਇਬਾਦਤਗਾਹ, ਗੁਰਦੁਆਰਾ ਉਸਾਰਨ ਦੀ ਆਗਿਆ ਨਹੀਂ ਇੱਥੇ। ਬਾਦਸ਼ਾਹ ਕਹਿੰਦਾ ਕਿੰਨੀ ਜ਼ਮੀਨ ਚਾਹੀਦੀ ਹੈ? ਉਹ ਕਹਿੰਦੇ 1 ਏਕੜ। ਬਾਦਸ਼ਾਹ ਕਹਿੰਦਾ 1 ਏਕੜ ਜ਼ਮੀਨ ਮੈਂ ਤੁਹਾਨੂੰ ਦਾਨ ਦਿੰਦਾ। ਸਿੱਖ ਸੰਗਤ ਕਹਿੰਦੀ ਸਾਡੇ ਨਬੀਆਂ ਦੇ ਨਬੀ ਨੇ ਸਾਨੂੰ ਹੁਕਮ ਇਹ ਦਿੱਤਾ ਹੈ ਕਿ ਦਾਨ 'ਚ ਨਹੀਂ ਇਬਾਦਤਗਾਹ ਬਣਾਉਣੀ, ਹੱਥੀਂ ਕਿਰਤ ਕਰਨੀ ਹੈ। ਉਹ ਮਾਇਆ ਜਿਹੜੀ ਆਊਗੀ ਉਹਦੇ 'ਚ ਖਰਚ ਕਰਨਾ ਹੈ, ਗਿਫਟਾਂ ਨਹੀਂ ਲੈਣੀਆਂ ਹਨ। ਅਸੀਂ ਗਿਫਟ ਨਹੀਂ ਲੈਣੀ, ਅਸੀਂ ਤਾਂ ਇਜਾਜ਼ਤ ਲੈਣੀ ਹੈ, ਸਾਨੂੰ ਇਜਾਜ਼ਤ ਮਿਲੇ ਅਸੀਂ ਇਬਾਦਤਗਾਹ ਆਪੇ ਉਸਾਰ ਲਾਂਗੇ। ਬਾਦਸ਼ਾਹ ਕਹਿੰਦਾ ਚਲੋ ਠੀਕ ਹੈ, ਮੈਂ ਗਿਫਟ ਨਹੀਂ ਦਿੰਦਾ ਤੁਹਾਨੂੰ, ਪਰ ਇਹ ਦੱਸੋ ਕਿ 1 ਏਕੜ ਜ਼ਮੀਨ ਹੈ ਕਿੰਨੇ ਦੀ? ਉਹਨਾਂ ਦਿਨਾਂ ਦੀ ਗੱਲ ਹੈ, ਕੋਈ ਤਕਰੀਬਨ 15 ਸਾਲ ਦੀ। ਕਹਿੰਦੇ ਜੀ ਹੋਏਗੀ ਕੋਈ 30,000 ਦੀ। ਬਾਦਸ਼ਾਹ ਕਹਿੰਦਾ ਕਿ ਤੁਹਾਡੇ ਨਬੀਆਂ ਦੇ ਨਬੀ ਨੂੰ ਮੈਂ ਨਜ਼ਰਾਨਾ ਤਾਂ ਪੇਸ਼ ਕਰ ਸਕਦਾ, ਉਹਨਾਂ ਦੇ ਕਦਮਾਂ 'ਚ ਮੱਥਾ ਤਾਂ ਟੇਕ ਸਕਦਾ। ਉਹ ਕਹਿੰਦੇ ਜੀ ਮੱਥਾ ਤਾਂ ਜਿਹੜਾ ਮਰਜ਼ੀ ਟੇਕੇ। 30,000 ਰੁਪਏ ਦਾ ਮੱਥਾ ਟੇਕਿਆ ਬਾਦਸ਼ਾਹ ਨੇ।
ਗੁਰਦੁਆਰਾ ਉਸਾਰੀ ਕਰਨ ਦੀ ਆਗਿਆ ਮਿਲੀ। ਗੁਰਦੁਆਰਾ ਸ਼ਾਨਦਾਰ ਉੱਥੇ ਮੌਜੂਦ ਹੈ। ਅਤੇ ਬਾਦਸ਼ਾਹ ਜਾਂਦਾ ਹੋਇਆ ਕਹਿੰਦਾ, ਜਿਸ ਨਗਰ 'ਚ ਇਹੋ ਜਿਹੇ ਬੰਦਗੀ ਕਰਨ ਵਾਲੇ ਸਿੱਖ ਵਸਦੇ ਹੋਣ, ਉਸ ਪਿੰਡ ਦਾ ਨਾਂ ਪਾਣੀ ਚੋਰ ਥੋੜ੍ਹਾ ਹੋਊਗਾ, ਉਸ ਪਿੰਡ ਦਾ ਨਾਂ ਹੋਏਗਾ ਅੱਗੋਂ ਤੋਂ ਜ਼ਾਹਿਦਾਨ। ਜ਼ਾਹਿਦ ਮੈਨੇ ਹੁੰਦਾ ਬੰਦਗੀ, ਬੰਦਗੀ ਕਰਨ ਵਾਲਾ। ਜ਼ਾਹਿਦਾਨ ਇਹਦਾ ਬਹੁਵਚਨ, ਬੰਦਗੀ ਕਰਨ ਵਾਲੇ ਲੋਕ। ਇਹ ਸਾਖੀ ਆਪ ਨੂੰ ਸੁਣਾਈ ਘਟਨਾ ਜਿਹੜੀ ਮੇਰੇ ਨਾਲ ਵਾਪਰੀ ਅਤੇ ਮੈਨੂੰ ਦੱਸੀ ਗਈ ਉੱਥੇ। ਮੈਨੂੰ ਇਹ ਖਿਆਲ ਆਇਆ ਵੀ ਜਿਸ ਤਰੀਕੇ ਨਾਲ ਗੱਲ ਬਾਬਰ ਨਾਲ ਕੀਤੀ ਸੀ ਮਹਾਰਾਜ ਨੇ, ਉਸੇ ਤਰੀਕੇ ਨਾਲ ਸਿੱਖ ਕਰਦੇ ਨੇ, ਜੇ ਉਹ ਗੁਰੂ ਦੇ ਸਿੱਖ ਨੇ। ਹੁਣ ਇੱਥੇ ਕੋਈ ਝਿਜਕ ਨਹੀਂ। ਬਾਦਸ਼ਾਹ ਫਿਰ ਠੀਕ ਹੈ, ਆਪਣੇ ਮਹਿਲਾਂ 'ਚ ਹੋਊਗਾ ਬਾਦਸ਼ਾਹ। ਜਦੋਂ ਸਾਡੇ ਗੁਰੂ ਦੀ, ਸਾਡੀ ਇਬਾਦਤ ਗਾਹ ਦੀ ਗੱਲ ਹੁੰਦੀ ਹੈ ਤਾਂ ਫਿਰ ਉਹ ਗੱਲ ਕਰਾਂਗੇ ਜਿਹੜੀ ਅਸੂਲ ਦੀ ਹੈ। ਬਹੁਤ ਸ਼ਾਨਦਾਰ ਗੁਰਦੁਆਰਾ ਹੈ ਤਹਿਰਾਨ, ਨੇੜੇ ਮੈਟਰੋ ਸਟੇਸ਼ਨ, ਕੋਈ ਤਕਰੀਬਨ ਅੱਧਾ ਮੀਲ। ਮੈਟਰੋ ਸਟੇਸ਼ਨ ਤੋਂ ਸਿੱਧੀ ਸੜਕ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ। ਮੈਟਰੋ ਸਟੇਸ਼ਨ ਤੋਂ ਜਿਹੜੀ ਸੜਕ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ, ਉਹਦੇ 'ਤੇ ਇੱਕ ਗੇਟ ਬਣਿਆ ਹੈ, ਮੈਟਰੋ ਸਟੇਸ਼ਨ ਦੇ ਨਾਲ ਲੱਗਦਾ, ਬੜਾ ਸ਼ਾਨਦਾਰ ਗੇਟ। ਮੈਂ ਇਹੋ ਜਿਹਾ ਦਰਵਾਜ਼ਾ ਨਹੀਂ ਦੇਖਿਆ ਸੀ ਸੋਹਣਾ। ਮੈਂ ਪੁੱਛਿਆ ਉੱਥੋਂ ਦੀ ਸੰਗਤ ਨੂੰ ਵੀ ਇਹ ਡਿਜ਼ਾਈਨ ਕਿਹਨੇ ਕੀਤਾ, ਬਣਾਇਆ ਕਿਹਨੇ? ਉਹ ਕਹਿਣ ਲੱਗੇ, ਜੀ ਗੁਰਦੁਆਰਾ ਤਾਂ ਅਸੀਂ 3 ਮੰਜ਼ਿਲਾ ਤਾਮੀਰ ਕਰ ਲਿਆ। ਜਦੋਂ ਗੁਰਦੁਆਰਾ ਤਾਮੀਰ ਕਰ ਲਿਆ, ਮਹਾਰਾਜ ਦਾ ਪ੍ਰਕਾਸ਼ ਹੋ ਗਿਆ, ਸੰਗਤ ਆਉਣੀ ਸ਼ੁਰੂ ਹੋ ਗਈ। ਈਰਾਨ ਦੇ ਪੜ੍ਹੇ ਲਿਖੇ ਬੰਦੇ ਆਏ, ਅਮੀਰ ਆਏ, ਡਿਜ਼ਾਈਨਰ ਆਏ। ਉਹ ਕਹਿਣ ਲੱਗੇ, ਸਾਡੀ ਖੁਸ਼ਕਿਸਮਤੀ, ਸਾਡੀ ਧਰਤੀ ਵੀ ਪਾਕ ਹੋਈ, ਪਵਿੱਤਰ ਹੋਈ, ਤੁਹਾਡੇ ਨਬੀ ਨੇ ਕਦਮ ਰੱਖਿਆ ਸੀ ਇੱਥੇ। ਸਾਡੀ ਵੀ ਕੋਈ ਫਰਜ਼, ਸੇਵਾ ਕਰਨ 'ਚ ਡਿਊਟੀ ਬਣਦੀ ਹੈ, ਸਾਡਾ ਵੀ ਕੋਈ ਫਰਜ਼ ਹੈ। ਅਸੀਂ ਦਰਵਾਜ਼ਾ ਬਣਾਉਣਾ ਚਾਹੁੰਦੇ ਹਾਂ, ਗੇਟ ਬਣਾਉਣਾ ਚਾਹੁੰਦੇ ਹਾਂ ਉੱਥੋਂ ਜਿੱਥੋਂ ਮੈਟਰੋ ਸ਼ੁਰੂ ਹੁੰਦੀ ਹੈ, ਆਗਿਆ ਦਿਓ। ਸਿੱਖਾਂ ਨੂੰ ਕੀ ਇਤਰਾਜ਼ ਸੀ? ਉਹਨਾਂ ਨੇ ਬਿਹਤਰੀਨ ਡਿਜ਼ਾਈਨ ਚੁਣਿਆ, ਬਣਾ ਤਾ ਗੇਟ। ਨਾਂ ਕੀ ਰੱਖਿਆ ਜਾਵੇ? ਜਿਹੜਾ ਨਾਂ ਸਿੱਖ ਦੱਸਿਆ ਕਰਨ ਉਹ ਈਰਾਨੀਆਂ ਨੂੰ ਪਸੰਦ ਨਾ ਆਇਆ ਕਰੇ, ਜਿਹੜਾ ਈਰਾਨੀ ਦੱਸਿਆ ਕਰਨ ਉਹ ਸਿੱਖਾਂ ਨੂੰ ਪਸੰਦ ਨਾ ਆਇਆ ਕਰੇ। ਅਖੀਰ 'ਚ ਫੈਸਲਾ ਇਹ ਹੋਇਆ ਕਿ ਈਰਾਨੀ ਵਿਦਵਾਨ ਕਹਿੰਦੇ ਕਿ ਤੁਸੀਂ ਆਪਣੇ ਪੈਗੰਬਰ ਦੀਆਂ ਸਾਖੀਆਂ ਸੁਣਾਓ, ਉਹਨਾਂ ਦੇ ਵਿੱਚੋਂ ਨਾਂ ਲੱਭ ਜੂ ਆਪਾਂ ਨੂੰ ਕੁਛ ਨਾ ਕੁਛ, ਉੱਥੋਂ ਯਤਨ ਕਰਾਂਗੇ। ਆਪਣੇ ਪੈਗੰਬਰਾਂ ਦੀਆਂ ਸਿਫਤਾਂ ਸੁਣਾਓ, ਪਹਿਲੇ ਨਬੀ ਦੀਆਂ। ਦੱਸਦੇ ਗਏ, ਸੁਣਦੇ ਗਏ, ਸੁਣਾਉਂਦੇ ਗਏ। ਇੱਕ ਸਿੱਖ ਨੇ ਦੱਸਿਆ ਕਿ ਸਾਡੇ ਪਹਿਲੇ ਨਬੀ ਨੇ ਸਾਰੀ ਉਮਰ ਆਪਣੀ ਜੇਬ 'ਚ ਪੈਸਾ ਨਹੀਂ ਰੱਖਿਆ ਸੀ, ਖਾਣ ਪੀਣ ਦੀ ਚੀਜ਼ ਨਹੀਂ ਰੱਖੀ ਸੀ, ਪਹਿਨਣ ਦੀ ਚੀਜ਼ ਨਹੀਂ ਰੱਖੀ ਸੀ। ਏਸ਼ੀਆ 'ਚ ਉਹ ਇਸੇ ਤਰ੍ਹਾਂ ਫਿਰਦੇ ਰਹੇ ਖਾਲੀ ਹੱਥ। ਕਹਿੰਦੇ ਮਿਲ ਗਿਆ ਨਾਂ, ਦਰਵਾਜ਼ੇ ਦਾ ਨਾਮ ਮਿਲ ਗਿਆ। ਉਹ ਮਹਾਂਪੁਰਖ ਜਿਹਨੇ ਸਾਰੀ ਉਮਰ ਆਪਣੀ ਜੇਬ 'ਚ ਇੱਕ ਪੈਸਾ ਨਹੀਂ ਰੱਖਿਆ, ਉਹਦੇ ਜਿੰਨਾ ਅਮੀਰ ਸੰਸਾਰ 'ਚ ਕੋਈ ਨਹੀਂ ਹੋ ਸਕਦਾ। ਦਰਵਾਜ਼ੇ ਦਾ ਨਾਂ ਰੱਖਾਂਗੇ, ਦਰਵਾਜ਼ਾ ਦੌਲਤ। ਜਿਹਨੂੰ ਸੰਗੀਤ ਦੀ ਦੌਲਤ ਚਾਹੀਦੀ ਹੈ, ਦਰਵਾਜ਼ੇ ਹੇਠਾਂ ਸਿਰ ਨਵਾ ਕੇ ਲੰਘੇ। ਜਿਹਨੂੰ ਤਾਲੀਮ ਚਾਹੀਦੀ ਹੈ, ਸਿਰ ਨਵਾ ਕੇ ਲੰਘੇ। ਜਿਹਨੂੰ ਪੈਸਾ ਚਾਹੀਦਾ ਹੈ, ਲੰਗਰ ਚਾਹੀਦਾ ਹੈ, ਰਿਜ਼ਕ ਚਾਹੀਦਾ ਹੈ, ਬੱਚਿਆਂ ਨੂੰ ਖੁਸ਼ਹਾਲੀ ਚਾਹੀਦੀ ਹੈ, ਉਹ ਸਿਰ ਨਵਾ ਕੇ ਹੇਠਾਂ ਦੀ ਲੰਘੇ। ਦਰਵਾਜ਼ਾ ਦੌਲਤ ਹੈ, ਇੱਥੋਂ ਹਰ ਚੀਜ਼ ਮਿਲਦੀ ਹੈ। ਆਪਾਂ ਉਲਟ ਚੱਲਦੇ ਹਾਂ, ਜਿਹਦੇ ਕੋਲ ਪੈਸਾ ਨਹੀਂ ਉਹ ਕੰਗਾਲ ਹੈ। ਪੈਸਾ ਨਹੀਂ ਸੀ ਮਹਾਰਾਜ ਕੋਲ, ਇਸ ਕਰਕੇ ਥੋੜ੍ਹਾ ਕਿ ਪੈਸਾ ਰੱਖ ਨਹੀਂ ਸਕਦੇ ਸੀ। ਉਹਨਾਂ ਨੇ ਆਪਣਾ ਸਾਰਾ ਕੁਝ ਸੰਗਤ ਨੂੰ ਦਿੱਤਾ। ਬਾਣੀ ਉਹਨਾਂ ਨੇ ਨਹੀਂ ਆਪਣੇ ਕੋਲ ਰੱਖੀ, ਰਹਿਤ ਉਹਨਾਂ ਨੇ ਆਪਣੇ ਕੋਲ ਨਹੀਂ ਰੱਖੀ। ਕਰਤਾਰਪੁਰ ਲੰਗਰ ਚਲਾਇਆ। ਇੱਕ ਮੈਂ ਦੁਰਸਤ ਕਰ ਦੇਵਾਂ ਮਾਨਯੋਗ ਸਾਧ ਸੰਗਤ, ਫਿਰ ਆਪਾਂ ਨੂੰ ਮੌਕਾ ਕਦੋਂ ਮਿਲੇ ਕਦੋਂ ਨਾ ਪਤਾ ਨਹੀਂ। ਆਮ ਪ੍ਰਚਾਰਕ ਅਤੇ ਕੀਰਤਨੀਏ ਤੁਸੀਂ ਸੁਣੋਗੇ ਇਹ ਕਹਿੰਦੇ ਹੋਏ ਕਿ ਲੰਗਰ ਦੀ ਸ਼ੁਰੂਆਤ ਪਿਤਾ ਵੱਲੋਂ ਦਿੱਤੇ ਗਏ 20 ਰੁਪਈਆਂ ਨਾਲ ਹੋਈ ਸੀ। ਨਹੀਂ ਹੋਈ ਸੀ। ਮੈਂ ਜਨਮ ਸਾਖੀਆਂ ਦਾ ਬਹੁਤ ਗੰਭੀਰ ਵਿਦਿਆਰਥੀ ਹਾਂ। ਪਿਤਾ ਨੇ ਜਿਹੜੇ ਪੈਸੇ ਦਿੱਤੇ ਸੀ ਕਾਰੋਬਾਰ ਲਈ, ਉਹ ਮਹਾਰਾਜ ਦੀ ਆਪਣੀ ਕਮਾਈ ਨਹੀਂ ਸੀ, ਅਤੇ ਜਿਸ ਕੰਮ ਲਈ ਦਿੱਤੇ ਸੀ ਉਸ ਕੰਮ 'ਤੇ ਖਰਚੇ ਨਹੀਂ। ਪਿਤਾ ਜੀ ਕ੍ਰੋਧਵਾਨ ਹੋਏ ਸੀ, ਕਸ਼ਟ ਹੋਇਆ ਸੀ। ਮਹਾਰਾਜ ਨੂੰ ਵੀ ਕਸ਼ਟ ਹੋਇਆ ਸੀ, ਪਿਤਾ ਨੂੰ ਵੀ ਕਸ਼ਟ ਹੋਇਆ ਸੀ, ਰਾਏ ਬੁਲਾਰ ਖਾਨ ਸਾਹਿਬ ਨੂੰ ਵੀ ਕਸ਼ਟ ਹੋਇਆ ਸੀ। ਲੰਗਰ ਦੀ ਸ਼ੁਰੂਆਤ ਜੇ ਉੱਥੋਂ ਹੁੰਦੀ ਫਿਰ ਲੰਗਰ ਖਤਮ ਥੋੜ੍ਹਾ ਹੋਣਾ ਸੀ। ਇੱਕ ਘਟਨਾ ਹੋਈ ਸੀ, ਇਹ ਤਾਂ ਇੱਕ ਦਿਨ ਦੀ, ਉਹ ਤੋਂ ਬਾਅਦ ਲੰਗਰ ਦੀ ਪ੍ਰਥਾ ਚੱਲੀ ਨਹੀਂ। ਲੰਗਰ ਦੀ ਪ੍ਰਥਾ ਚੱਲੀ, ਸਾਰੀਆਂ ਉਦਾਸੀਆਂ ਸਮਾਪਤ ਕਰਕੇ ਕਰਤਾਰਪੁਰ ਵਸਾਇਆ, ਖੇਤੀ ਕੀਤੀ, ਆਪਣੀ ਮਿਹਨਤ ਦੀ ਫਸਲ ਹੈ ਜਿਹੜੀ ਉਹ ਲੰਗਰ 'ਚ ਪਾਈ। 2 ਚੁੱਲ੍ਹੇ ਨਹੀਂ ਬਣਾਏ, ਪਰਿਵਾਰ ਵਾਸਤੇ ਵੱਖਰਾ ਹੋਵੇ ਅਤੇ ਸੰਗਤ ਵਾਸਤੇ ਵੱਖਰਾ, ਇੱਕੋ ਹੀ ਚੁੱਲ੍ਹਾ। ਇੱਥੋਂ ਲੰਗਰ ਦੀ ਸ਼ੁਰੂਆਤ ਹੁੰਦੀ। ਕਰਤਾਰਪੁਰ ਤੋਂ ਯਾਦ ਆਇਆ, ਅਫਜ਼ਲ ਅਹਿਸਨ ਰੰਧਾਵਾ ਲਾਹੌਰ ਹਾਈ ਕੋਰਟ ਦੇ ਨਾਮਵਰ ਵਕੀਲ ਸਨ। 3 ਸਾਲ ਹੋਏ ਉਹਨਾਂ ਦਾ ਦੇਹਾਂਤ ਹੋਇਆ। ਬੜੇ ਉੱਚੇ ਲੰਮੇ ਕੱਦਾਵਰ, ਪੰਜਾਬੀ ਦੇ ਨਾਵਲਿਸਟ, ਬਹੁਤ ਸ਼ਾਨਦਾਰ।
6 ਫੁੱਟ ਪਲੱਸ ਕੱਦ ਉਹਨਾਂ ਦਾ। ਮੈਂ ਸਵੇਰੇ ਸਵੇਰੇ ਆਇਆ ਯੂਨੀਵਰਸਿਟੀ 'ਚ ਆਪਣੇ ਡਿਪਾਰਟਮੈਂਟ ਡਿਊਟੀ 'ਤੇ, ਮੈਂ ਦੇਖਿਆ ਟਹਿਲ ਰਹੇ ਨੇ ਨੇੜੇ ਲਾਨ 'ਤੇ ਰੰਧਾਵਾ ਸਾਹਿਬ। ਮੈਂ ਸਕੂਟਰ ਲਾਇਆ ਸਟੈਂਡ 'ਤੇ, ਮੈਂ ਕਿਹਾ ਜੀ ਰੰਧਾਵਾ ਸਾਹਿਬ ਸਲਾਮ ਅਲੈਕਮ, ਜੱਫੀ ਪਾ ਲਈ। ਕਹਿੰਦੇ ਸਤਿ ਸ੍ਰੀ ਅਕਾਲ ਭਰਾ। ਮੈਂ ਕਿਹਾ ਜੀ ਮੈਂ ਤੁਹਾਡਾ ਪਾਠਕ। ਇਤਫਾਕ ਇਹ ਹੈ ਕਿ ਮੈਂ ਡਿਪਾਰਟਮੈਂਟ ਦਾ ਚੇਅਰਮੈਨ ਵੀ ਹਾਂ, ਆਹ ਨਾਲ ਹੀ ਮੇਰਾ ਡਿਪਾਰਟਮੈਂਟ ਹੈ ਗੁਰੂ ਗੋਬਿੰਦ ਸਿੰਘ ਭਵਨ। ਮੈਂ ਤੁਹਾਨੂੰ ਅੱਖਰਾਂ ਦੇ ਜ਼ਰੀਏ ਤਾਂ ਮੁੱਦਤ ਤੋਂ ਜਾਣਦਾ, ਅੱਜ ਤੁਸੀਂ ਮਿਲੇ, ਮੇਰੇ ਵਿਦਿਆਰਥੀ ਵੀ ਤੁਹਾਡੇ ਨਾਲ ਗੱਲਾਂ ਕਰਨਗੇ, ਮੇਰੇ ਕੁਲੀਗ ਪ੍ਰੋਫੈਸਰ ਵੀ ਤੁਹਾਡੇ ਨਾਲ ਗੱਲਾਂ ਕਰਨਗੇ, ਥੋੜ੍ਹੀ ਜਿਹੀ ਫੁਰਸਤ ਕੱਢੋ ਸਾਡੇ ਲਈ। ਉਹ ਕਹਿਣ ਲੱਗੇ ਮੈਂ ਤਾਂ ਆਪਣੇ ਕੰਮ ਕਾਜ ਕੱਲ੍ਹ ਨਿਬੇੜ ਲਏ, ਮੈਂ ਤਾਂ ਵਿਹਲਾ ਸੀ, ਇਸੇ ਕਰਕੇ ਤਾਂ ਟਹਿਲ ਰਿਹਾ ਸੀ ਇੱਥੇ, ਚਲੋ ਜਿੱਥੇ ਲਿਜਾਣਾ ਚੱਲਦੇ ਹਾਂ। 10 ਕੁ ਪ੍ਰੋਫੈਸਰ ਸਨ, 20-22 ਵਿਦਿਆਰਥੀ, ਚਾਹ ਮੰਗਵਾ ਲਈ, ਗੱਲਾਂ ਸ਼ੁਰੂ ਹੋਈਆਂ। ਮੈਂ ਕਿਹਾ ਕੋਈ ਬਚਪਨ ਦੀ ਕੋਈ ਘਟਨਾ, ਜਵਾਨੀ ਦੀ ਕੋਈ ਘਟਨਾ, ਕਦੀ ਕਦੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਕਿ ਉਹ ਸੁਣਾਉਣ ਨੂੰ ਦਿਲ ਕਰਦਾ ਹੁੰਦਾ। ਮੈਂ ਤਾਂ ਕਹਿ ਨਾਲ ਸੁਣਾ ਦੇਣਾ, ਜਿਹੜੀ ਗੱਲ ਮੈਨੂੰ ਚੰਗੀ ਲੱਗੀ ਇਹਨੂੰ ਚੰਗੀ ਲੱਗੂਗੀ, ਮੈਂ ਸੁਣਾਊਂਗਾ। ਮੈਂ ਕਿਹਾ ਸਾਨੂੰ ਕੋਈ ਘਟਨਾ ਸੁਣਾਓ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇ। ਉਹ ਕਹਿੰਦੇ ਬਾਕੀ ਮਜ਼ਮੂਨ ਤਾਂ ਪ੍ਰੋਫੈਸਰ ਸਾਹਿਬ ਸਕੂਲ 'ਚ ਪੜ੍ਹ ਲੈਂਦੇ ਸੀ, ਜਿਹਨੇ ਅਰਬੀ ਅਤੇ ਫਾਰਸੀ ਸਿੱਖਣੀ ਹੁੰਦੀ ਸੀ ਉਹ ਮੌਲਵੀ ਜੀ ਕੋਲ ਜਾਂਦਾ ਸੀ ਸ਼ਾਮ ਨੂੰ ਮਸਜਿਦ 'ਚ। ਮੈਂ ਅਰਬੀ ਸਿੱਖਣੀ ਸੀ, ਮੈਂ ਸ਼ਾਮ ਨੂੰ, ਅਸੀਂ 6-7 ਵਿਦਿਆਰਥੀ ਸਾਂ, ਅਸੀਂ ਸ਼ਾਮ ਨੂੰ ਮੌਲਵੀ ਜੀ ਕੋਲ ਚਲੇ ਜਾਂਦੇ। ਇਕੱਲੇ ਸਨ ਮੌਲਵੀ ਜੀ, ਛੜੇ, ਆਪਣੀ ਰੋਟੀ ਪਾਣੀ ਦਾਲ ਆਪੇ ਤਿਆਰ ਕਰਦੇ ਸੀ। ਜਦੋਂ ਅਸੀਂ ਗਏ, ਮੌਲਵੀ ਜੀ ਦੀ ਤਬੀਅਤ ਠੀਕ ਨਹੀਂ ਸੀ, ਬੁਖਾਰ ਸੀ। ਕਹਿੰਦੇ ਅੱਜ ਮੇਰੀ ਬੱਚਿਓ ਤਬੀਅਤ ਠੀਕ ਨਹੀਂ, ਅੱਜ ਤੁਹਾਨੂੰ ਛੁੱਟੀ, ਅੱਜ ਮੈਂ ਬਿਮਾਰ ਹਾਂ। ਜਿਸ ਦਿਨ ਮੌਲਵੀ ਜੀ ਦੀ ਤਬੀਅਤ ਠੀਕ ਨਹੀਂ ਹੁੰਦੀ ਸੀ, ਅਸੀਂ ਆਪਣੇ ਵਿੱਚੋਂ ਕਿਸੇ ਬੱਚੇ ਦੀ ਡਿਊਟੀ ਲਾ ਦਿੰਦੇ ਸੀ ਵੀ ਖਾਣਾ ਕੌਣ ਲੈ ਕੇ ਆਊਗਾ। ਮੈਂ ਆਪਣੀ ਡਿਊਟੀ ਲਵਾ ਲਈ ਵੀ ਅੱਜ ਭਾਈ ਉਹ ਮੈਨੂੰ ਖਾਣਾ ਸੇਵਾ ਕਰਨ ਦੀ ਆਗਿਆ ਮਿਲੇ। ਜਾ ਕੇ ਮਾਂ ਨੂੰ ਦੱਸੀ ਗੱਲ, ਖਾਣਾ ਪਕਾ ਦਿਓ, ਦਾਲ ਰੋਟੀ ਬਣਾਤੀ, ਜੱਗ 'ਚ ਦੁੱਧ ਪਾ ਲਿਆ। ਅੱਬੂ ਅਤੇ ਮੈਂ ਮਸਜਿਦ ਚਲੇ ਗਏ, ਮੌਲਵੀ ਜੀ ਨੂੰ ਰੋਟੀ ਖਵਾਈ, ਦਵਾਈ ਦਿੱਤੀ। ਅੱਬੂ ਕਹਿੰਦੇ ਮੌਲਵੀ ਜੀ ਸਖਤ ਜ਼ਿੰਦਗੀ ਹੈ ਤੁਹਾਡੀ। ਮੌਲਵੀ ਜੀ ਕਹਿੰਦੇ ਹਾਂ ਸਖਤ ਤਾਂ ਹੈ। ਪਿਤਾ ਜੀ ਕਹਿੰਦੇ ਅੱਲਾ ਪਰਵਰਦਗਾਰ ਕੋਲ ਕਦੀ ਇਤਰਾਜ਼ ਨਹੀਂ ਕੀਤਾ ਇਸ ਗੱਲ ਦਾ ਕਿ ਇੰਨੀ ਸਖਤ ਜ਼ਿੰਦਗੀ ਕਿਉਂ ਦਿੱਤੀ। ਮੌਲਵੀ ਜੀ ਕਹਿੰਦੇ ਇਤਰਾਜ਼ ਕਰਨ ਦਾ ਹੱਕਦਾਰ ਉਹ ਹੁੰਦਾ ਜਿਹਨੇ ਕਦੇ ਸ਼ੁਕਰਾਨਾ ਕੀਤਾ ਹੋ। ਇਹ ਇੱਕ ਜਨਮ ਸ਼ੁਕਰਾਨਾ ਕਰਨ 'ਚ ਲੰਘੇਗਾ, ਫਿਰ ਪੁੱਛਾਂਗੇ ਸਾਡਾ ਸ਼ੁਕਰਾਨਾ ਮਨਜ਼ੂਰ ਹੋਇਆ ਮਹਾਰਾਜ ਕਿ ਨਹੀਂ। ਜੇ ਸ਼ੁਕਰਾਨਾ ਮਨਜ਼ੂਰ ਹੋ ਗਿਆ ਫਿਰ ਇਤਰਾਜ਼ ਵੀ ਕਰ ਲਾਂਗੇ, ਗਿਲੇ ਸ਼ਿਕਵੇ ਵੀ ਕਰ ਲਾਂਗੇ, ਹਲੇ ਤਾਂ ਹੱਕਦਾਰ ਨਹੀਂ ਹਾਂ। ਇਹ ਨੇ ਗੱਲਾਂ ਜਿਹੜੀਆਂ ਆਪਾਂ ਨੂੰ ਸਿੱਖ ਇਤਿਹਾਸ 'ਚੋਂ, ਗੁਰੂ ਸਾਹਿਬਾਨ ਦੇ ਜੀਵਨ ਤੋਂ, ਵੱਡੇ ਨਾਮਵਰ ਸਿੱਖਾਂ ਦੀ ਜ਼ਿੰਦਗੀ 'ਚੋਂ ਮਿਲਦੇ ਨੇ। ਪ੍ਰੋਫੈਸਰ ਪੂਰਨ ਸਿੰਘ ਦੀ ਹਵੇਲੀ ਦੇਹਰਾਦੂਨ ਉਹ ਦਾਨ ਕਰ ਗਏ ਪੰਜਾਬੀ ਯੂਨੀਵਰਸਿਟੀ ਨੂੰ। 4 ਏਕੜ ਜ਼ਮੀਨ, ਬਹੁਤ ਵੱਡੀ ਸ਼ਾਨਦਾਰ ਹਵੇਲੀ ਹੈ। ਉੱਥੇ ਦੇ ਬਸ਼ਿੰਦੇ, ਬੀਬੀ ਮਹਿੰਦਰ ਕੌਰ ਦਾ ਹੁਣ ਦੇਹਾਂਤ ਹੋ ਗਿਆ, ਡਾਕਟਰ ਬਲਬੀਰ ਸਿੰਘ ਜੀ ਦੀ ਬੇਟੀ ਸੀ। ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਹੈ, ਰਿਸਰਚ ਇੰਸਟੀਚਿਊਟ ਹੈ, ਬੜਾ ਸ਼ਾਨਦਾਰ ਥਾਂ ਹੈ। ਉੱਥੇ ਦੱਸਿਆ ਸਾਨੂੰ ਵਸਣ ਵਾਲਿਆਂ ਨੇ ਕਿ ਪ੍ਰੋਫੈਸਰ ਪੂਰਨ ਸਿੰਘ ਇੱਥੇ ਰਿਹਾ ਕਰਦੇ ਸਨ। ਜਦੋਂ ਉਹਨਾਂ ਨੂੰ ਹਿੰਦੂ ਭਾਈਚਾਰਾ ਸਵਾਮੀ ਜੀ ਕਿਹਾ ਕਰਦਾ ਸੀ, ਕਿਉਂਕਿ ਸਵਾਮੀ ਰਾਮ ਤੀਰਥ ਦੇ ਦੋਸਤ ਸਨ। ਗੇਰੂਏ ਵਸਤਰ ਵੀ ਪਹਿਨ ਲਏ ਸਨ ਇੱਕ ਵਾਰੀ। ਦੇਹਰਾਦੂਨ, ਹਰਿਦੁਆਰ, ਟੀਰੀ, ਇਹਨਾਂ ਥਾਵਾਂ ਦਾ ਜਿਹੜਾ ਹਿੰਦੂ ਸਮਾਜ ਹੈ ਉਹਨਾਂ ਨੂੰ ਸਵਾਮੀ ਜੀ ਕਿਹਾ ਕਰਦਾ ਸੀ। 4 ਸਾਧੂ ਮਿਲਣ ਵਾਸਤੇ ਆ ਗਏ ਇੱਥੇ ਹਵੇਲੀ 'ਚ देहरादून। जी स्वामी जी के दर्शन करने हैं। पहरेदार कहना मैं इजाज़त लै आवां। प्रोफैसर साहब कहते लै आओ। साधु आ गए, अंदर बैठे, गल्लां शुरू हुई। एक साधु गल्लां करदे करदे कहंदा, स्वामी जी आप कौन सी साधना करते हैं, कौन सा तप करते हो जो आपके माथे पर इतना नूर है। प्रोफैसर पूर्ण सिंह कहते, भाई तप साधना बंदगी करनी तो दरकिनार, हमें तो पता भी नहीं ये होती क्या है। जिस बात का पक्का पता है वो ये कि बादशाह के महल में बच्चा जन्म लेता है तो जन्म लेते सार वो शहजादा कहलाता है।
तप साधना बंदगी ये की थी गुरु गोबिंद सिंह जी ने। हमने उनके महल में जन्म ले लिया तो पिता की जायदाद बच्चों को नहीं मिलेगी तो और किसको मिलेगी? ये ने लोग स्पिरिट बॉर्न पीपल। दसम पातशाह की एक साखी सुना देवां। आनंदपुर साहब का दरबार, संगत सजी हुई, एक श्रद्धालु सिख आया, हत्थ 'च फुੱਲ महाराज के चरणों 'च रख के मत्था टेक दिता। सच्चे पातशाह ने फरमाया, काहनूं तोड़ना सी भाई, टाणी नाल लग्या रहन दिंदे। सिख कहंदा, जी मेरी जेब 'च पैसा नहीं सी कोई, खाली जेब खाली हत्थ, मैनूं संग लगी। मैं क्या कुछ तो होना चाहिए। महाराज ने फरमाया, खाली जेब ते खाली हत्थ तो नहीं संगना भाई, दिल खाली होवे फिर संगया करो। दिल च प्यार नहीं खत्म होना चाहिए। पैसा रिजक ये की चीज़ां हुई, हत्थ खाली जेब खाली। आपां फकीर हाँ, बादशाह दरवेश हाँ, आपां हरेक मेरा सिख बादशाह है। प्रोफैसर पूर्ण सिंह कहते ने कि जदों कदी फुरसत मिले आनंदपुर दीयां पहाड़ियां च जाओ। तुसीं जदों आनंदपुर जाओगे फिर देखोगे आनंदपुर दी नगरी दीयां गलियां च फिरदे मंगते बादशाहियां वंडदे फिरदे ने। ये दसम पातशाह दीयां करामातां ने। हुण सुणाणियां ने तुहानूं एक दो साखियां। कल कोई हवा का बुला लग्या, मैनूं डर लग रहा मेरी आवाज़ ठीक चलती रही इस तरह, शुक्र है, नहीं तो संगतों की पता। मैं सोचा भी खिवा ना किते मंगनी पै जी। मैनूं साखियां पढ़न का शौक बचपन तो ही रहा। पढ़द्या पढ़द्या चंगियां लगदियां मैं सुणाण लग जांदा। सुनने वाले पसंद करते, महाराज दीयां गल्लां कौन नहीं पसंद करूगा। घर बच्चे आउंदे, मेरे बच्चों के जमाती तीजी चौथी क्लास के बच्चे, अंकल साखी सुणाओ, मैं सुणाण लग जांदा। कदे कदे इस तरह की घटना भी हुंदी, मैं साखी सुणाण लग जांदा, बच्चे रौला पाउण लग जांदे, अंकल तुसीं तां अपनी बोली बोलण लग गए, जिहड़ी बोली महाराज बोलदे सन उसे बोली च सुणाओ। बच्चों नूं वो बोली क्यों चंगी लगती है, मैनूं नहीं पता सी। मैं इस पासे ध्यान देना शुरू किया भी ये तो मैनूं नहीं पता इस सवाल का जवाब की है। बच्चे क्यों पसंद करते हैं महाराज की वो बोली पुरानी जन्म साखियां की, जिहड़ी कि मैं कदी कदी अपनी देसी बोली सुणाण लग जाना। मानयोग साध संगत, जन्म साखी की बोली है जिहड़ी वो गुरबाणी की बोली है। एक उदाहरण सुना देना आप जी। जान लगे उदासी ते बेबे नानकी जी तो आग्या लैके जाते सी। बेबे नानकी जी उदास, बाबे कहिया दिल नहीं छड्डना बेबे, धीरज रखना। नानकी कहिया जे छेती आवांगा तो डोलांगी नहीं, अर भाई जे देर करेंगा हाँ तुद बिन खरी उधर जावांगी। मिल मेरे प्रीतमा जी तुद बिन खरी न माने। ये बोली तो जन्म साखी की बोली इक्को ही है। अज गल्लां हो रही सन कुछ दोस्तां नाल, गुरु नानक देव जी का जन्म ते परिवरिश माझे च हुई। उन्हां दी बाणी की बोली मझैल नहीं है। गुजरांवाला, अंमृतसर, तरन ताਰਨ, फिरोजपुर ये इलाके ने जिहड़े माझे मझैल इलाके ने, इन्हां दी बोली है जिहड़ी टकसाली पंजाबी बोली उही मन्नी जाती है, अमीर बोली मन्नी जाती। बोलियां तो पंजाबी दी बहुत ने, पुआधी है, मलवई है, पोठोहारी है, सिंधी है, कश्मीरी है, दर्जन बोलियां ने पंजाबी दियां, जिन्हां दे विचों एक मझैल है जिहड़ी उहनूं आपां किताबां दी बोली वजों सत्कार दिता होवे। भी महाराज ने माझे की बोली च बाणी की रचना क्यों नहीं की? वजह बाबा फरीद जी की बाणी है जिहड़ी माझे की बोली च वो मझैल ने। यदी वजह यह है मानयोग साध संगत कि बाबा फरीद जी के स्रोते ने जिहड़े वो पंजाब के वसनीक ने, महाराज का स्रोता एशिया। ये जिहड़ी बाणी की बोली है ना गुरु ग्रंथ साहब महाराज की, पहले पातशाह की भी, पिछलेरे 9वें पातशाह तक भगतां की भी, वो साधुआं की एकेडैमिक लैंगुएज है। वो ये एकेडैमिक लैंगुएज सारे एशिया च सुनी तो समझी जाती सी। तो क्लासरूम वड्डा है गुरु नानक देव जी का बाबा फरीद जी नालों। इस करके बाबा फरीद जी की बाणी है जिहड़ी वो मझैल है, महाराज की बाणी है जिहड़ी वो
ਸਾਧ ਭਾਸ਼ਾ ਹੈ, ਇਹਨੂੰ ਸਧੂਕੜੀ ਭਾਸ਼ਾ ਵੀ ਕਹਿੰਦੇ ਨੇ, ਲੇਕਿਨ ਇਹ ਉਹਨਾਂ ਦਿਨਾਂ ਦੀ ਅਕਾਦਮਿਕ ਜ਼ਬਾਨ ਹੈ। ਤੋ ਅਫਜ਼ਲ ਅਹਿਸਨ ਰੰਧਾਵਾ ਨੂੰ ਮੈਂ ਪੁੱਛਿਆ, ਮੈਂ ਤੁਹਾਡੀਆਂ ਲਿਖਤਾਂ ਪੜ੍ਹੀਆਂ ਨੇ ਰੰਧਾਵਾ ਸਾਹਿਬ, ਤੁਸੀਂ ਸਾਰੀਆਂ ਰਚਨਾਵਾਂ ਦੇ ਹੀਰੋ ਸਿੱਖ ਰੱਖੇ ਨੇ, ਤੁਸੀਂ ਸਿੱਖਾਂ ਨੂੰ ਪਿਆਰ ਕਿਵੇਂ ਕਰਨ ਲੱਗ ਗਏ ਸੀ? ਕਦੋਂ ਚੰਗੇ ਲੱਗਣ ਲੱਗ ਗਏ ਸੀ ਤੁਹਾਨੂੰ ਸਿੱਖ? ਉਹ ਕਹਿੰਦੇ, ਪ੍ਰੋਫੈਸਰ ਸਾਹਿਬ, ਸਿੱਖਾਂ ਨੂੰ ਪਿਆਰ ਕਰੋ ਮੈਂ ਕਿਉਂ ਨਾ, ਮੈਂ ਸਿੱਖ ਹਾਂ। ਮੈਂ ਕਿਹਾ ਤੁਸੀਂ ਕਿਵੇਂ ਸਿੱਖ ਹੋ, ਮੈਨੂੰ ਤਾਂ ਪਤਾ ਨਹੀਂ। ਉਹ ਕਹਿੰਦੇ, ਤੁਸੀਂ ਜਨਮ ਸਾਖੀਆਂ ਦਾ ਕਦੀ ਪਾਠ ਕੀਤਾ? ਮੈਂ ਕਿਹਾ ਜੀ ਮੇਰੇ ਜਿੰਨਾ ਘੱਟ ਹੀ ਕੀਤਾ ਹੋ ਕਿਸੇ ਨੇ, ਮੈਂ ਤਾਂ ਹਟਦਾ ਹੀ ਨਹੀਂ ਹੁਣ ਤੱਕ ਕਰਨ ਨੂੰ, ਖਤਮ ਹੋ ਜਾਂਦੇ ਫਿਰ ਸ਼ੁਰੂ ਕਰ ਦਿੰਦਾ। ਕਹਿੰਦੇ ਜਨਮ ਸਾਖੀਆਂ ਦੇ ਵਿੱਚ ਇੱਕ ਸ਼ਰਧਾਲੂ ਸਿੱਖ ਦਾ ਜ਼ਿਕਰ ਆਉਂਦਾ ਹੈ, ਅਜਿੱਤਾ ਰੰਧਾਵਾ। ਮੈਂ ਕਿਹਾ ਬਿਲਕੁਲ ਆਉਂਦਾ ਜੀ। ਕਹਿੰਦੇ ਉਹ ਸਾਡਾ ਵਡੇਰਾ ਸੀ, ਸਾਡਾ ਪੜਦਾਦਾ ਸੀ। ਕਰਤਾਰਪੁਰ ਜਿਸ ਜ਼ਮੀਨ 'ਚ ਵਸਾਇਆ ਹੈ, ਇਹ ਅਜਿੱਤੇ ਰੰਧਾਵੇ ਨੇ ਮਹਾਰਾਜ ਨੂੰ ਗਿਫਟ ਦਿੱਤੀ ਸੀ। ਅਜਿੱਤਾ ਰੰਧਾਵਾ ਮੁਰੱਬਿਆਂ ਦਾ ਮਾਲਕ ਸੀ। ਜਦੋਂ ਆਖਰੀ ਉਦਾਸੀ ਸਮਾਪਤ ਹੋਈ, ਉਦੋਂ ਉਹ ਜਿਹੜਾ ਉੱਥੇ ਚੋਲਾ ਪਿਆ, ਦਰਸ਼ਨ ਕੀਤੇ ਹੋਣਗੇ ਸੰਗਤ ਨੇ, ਮੈਂ ਕੀਤੇ ਨੇ, ਉਹ ਅਜਿੱਤੇ ਰੰਧਾਵੇ ਨੇ ਕਿਹਾ, ਮਹਾਰਾਜ ਹੁਣ ਇਹ ਉਦਾਸੀਆਂ ਦਾ ਚੋਲਾ ਉਤਾਰੋ ਅਤੇ ਮੈਂ ਗ੍ਰਸਤੀਆਂ ਦਾ ਚੋਲਾ ਬਣਵਾ ਕੇ ਲਿਆਉਣਾ, ਘਰੋਂ ਨਾਲੇ ਖਾਣਾ ਲੈ ਕੇ ਆਉਣਾ। ਵਕੀਲ ਅਫਜ਼ਲ ਅਹਿਸਨ ਰੰਧਾਵਾ ਕਹਿੰਦੇ, ਅਸੀਂ ਮਹਾਰਾਜ ਦੇ ਚਰਨ ਛੂਹੇ ਨੇ, ਉਹਨਾਂ ਨੂੰ ਖਾਣਾ ਖਵਾਇਆ, ਉਹਨਾਂ ਨੂੰ ਲਿਬਾਸ ਪਹਿਨਾਇਆ, ਸਾਡੇ ਵਰਗਾ ਕਰਮ ਵਾਲਾ ਸਿੱਖ ਕੌਣ ਹੋ ਸਕਦਾ ਤੁਹਾਡੇ 'ਚ? ਮਹਾਰਾਜ ਦੀਆਂ ਕਿੱਥੇ ਕਿੱਥੇ ਉਪਕਾਰ ਦੀਆਂ ਜੜ੍ਹਾਂ ਨੇ, ਕਿੱਥੇ ਕਿੱਥੇ ਫੈਲੀ ਹੋਈ ਹੈ ਖੁਸ਼ਬੂ, ਆਪਾਂ ਨੂੰ ਪਤਾ ਨਹੀਂ ਹੈ। ਚਲੇ ਗਏ ਜੀ ਅਸੀਂ ਮੱਥਾ ਟੇਕਣ ਨਨਕਾਣਾ ਸਾਹਿਬ। ਬੱਚੇ ਮੈਨੂੰ ਕਹਿੰਦੇ, ਪਾਪਾ ਸਾਡੇ ਜਮਾਤੀ ਗਏ ਸੀ ਪਿਛਲੇ ਸਾਲ, ਇੱਥੇ ਨਨਕਾਣਾ ਸਾਹਿਬ ਜੋੜੇ ਬਹੁਤ ਸੋਹਣੇ ਵੀ ਨੇ ਅਤੇ ਕੀਮਤ ਵੀ ਬਹੁਤੀ ਨਹੀਂ, ਅਸੀਂ ਜੋੜੇ ਖਰੀਦਣੇ ਨੇ। ਠੀਕ ਹੈ ਜੀ, ਚਲੋ। ਉਹਨਾਂ ਨੇ ਇੱਕ ਸ਼ੋਅਰੂਮ ਦੇਖ ਲਿਆ, ਬੱਚੇ ਜੋੜੇ ਪਸੰਦ ਕਰਨ ਲੱਗ ਗਏ ਅਤੇ ਮੈਂ ਮੋਚੀ ਨਾਲ ਗੱਲਾਂ ਕਰਨ ਲੱਗ ਗਏ। ਮੈਂ ਮੋਚੀ ਨੂੰ ਪੁੱਛਿਆ ਵੀ ਭਰਾ ਇਹ ਦੱਸੋ, ਸਾਡੇ ਤਾਂ ਜਥੇ 3 ਜਾਂ 4 ਵਾਰ ਸਾਲ 'ਚ ਆਉਂਦੇ ਨੇ, ਤੁਹਾਡਾ ਕਾਰੋਬਾਰ ਕਿਵੇਂ ਚੱਲਦਾ? ਹੁਣ 4 ਵਾਰੀ ਸਾਲ 'ਚ ਜਥੇ ਆਉਣ, ਉਹ ਕਿੰਨੀਆਂ ਜੁੱਤੀਆਂ ਖਰੀਦ ਲੈਣਗੇ? ਅਵਲ ਤਾਂ ਕੋਈ ਤਾਂ ਖਰੀਦਦੇ ਹੀ ਨਹੀਂ, ਆਪਾਂ ਇੱਥੋਂ ਸਾਰਾ ਕੁਛ ਪਹਿਨ ਕੇ ਜਾਂਦੇ ਹਾਂ। ਉਹ ਕਹਿੰਦਾ ਜੀ ਹਿੰਦੁਸਤਾਨੀ ਆਉਂਦੇ ਨੇ 4 ਵਾਰੀ, ਸਾਰੀ ਦੁਨੀਆ ਤਾਂ ਆਈ ਜਾਂਦੀ ਹੈ, ਹਰ ਰੋਜ਼ ਹੀ ਆਉਂਦੇ ਨੇ। ਹਾਂ, ਮੈਂ ਸੋਚਿਆ ਠੀਕ ਹੈ, ਬਾਹਰੋਂ ਤਾਂ ਕੋਈ ਰੋਕ ਨਹੀਂ। ਮੈਂ ਕਿਹਾ ਮੇਰੀ ਰੁਚੀ ਜਾਗੀ, ਮੈਂ ਕਿਹਾ ਜਿਹੜੇ ਭਾਈ ਸਾਹਿਬ ਬਾਹਰੋਂ ਸਿੱਖ ਆਉਂਦੇ ਨੇ, ਉਹ ਸਾਡੇ ਵਰਗੇ ਸਿਦਕਵਾਨ ਨੇ, ਸਾਡੇ ਵਰਗੇ ਸ਼ਰਧਾਲੂ ਨੇ। ਉਹ ਕਹਿਣ ਲੱਗੇ ਜੀ ਪਹਿਲੀ ਗੱਲ ਤਾਂ ਇਹ ਕਿ ਕਾਰਾਂ ਬੜੀਆਂ ਲੰਮੀਆਂ, ਅਮੀਰ ਬਹੁਤ ਨੇ, ਉਹ ਤੁਹਾਡੇ ਨਾਲੋਂ ਜ਼ਿਆਦਾ ਅਮੀਰ ਨੇ, ਕਾਰਾਂ ਬੜੀਆਂ ਵੱਡੀਆਂ ਵੱਡੀਆਂ ਲੈ ਕੇ ਆਉਂਦੇ ਨੇ, ਪਰਿਵਾਰਾਂ ਦੇ ਪਰਿਵਾਰ ਆ ਜਾਂਦੇ ਨੇ, ਕਈ ਤਾਂ ਜਹਾਜ਼ ਹੀ ਲੈ ਆਉਂਦੇ ਨੇ ਆਪਣਾ, ਹੈਲੀਕਾਪਟਰ। ਇੱਥੇ ਕੋਈ ਮਹੀਨਾ ਰਹਿੰਦਾ, ਕੋਈ 2 ਮਹੀਨੇ, ਕਈ 6-6 ਮਹੀਨੇ ਰਹਿੰਦੇ ਨੇ। ਜਿੰਨਾ ਚਿਰ ਨਨਕਾਣਾ ਸਾਹਿਬ ਰਹਿੰਦੇ ਨੇ ਜੋੜੇ ਨਹੀਂ ਪਹਿਨਦੇ ਉਹ ਕਹਿੰਦੇ ਨੇ ਸਾਡੇ ਬਾਬਾ ਜੀ ਦੀ ਧਰਤੀ ਹੈ, ਇੱਥੇ ਜੋੜਾ ਪਹਿਨਣ ਦਾ ਕੀ ਕੰਮ, ਇਹ ਸਵਰਗਾਂ ਦਾ ਸਵਰਗ ਹੈ। ਕਹਿੰਦੇ ਮੋਚੀ ਕਹਿੰਦਾ ਮੈਂ ਆਪਣੇ ਕਿੱਤੇ ਦੇ ਖਿਲਾਫ ਗੱਲਾਂ ਕਰਨ ਲੱਗ ਗਿਆ, ਤੁਸੀਂ ਜੋੜੇ ਖਰੀਦਦੇ ਫਿਰਦੇ ਹੋ, ਇੱਥੇ ਜੋੜੇ ਨਹੀਂ ਪਹਿਨਦੇ, ਤੁਸੀਂ ਸਾਨੂੰ ਪੁੱਛਦੇ ਵੀ ਸਾਡੇ ਵਰਗੇ ਹੀ ਨੇ ਉਹ। ਸ਼ਾਇਦ ਮੇਰੀਆਂ ਲਿਖਤਾਂ 'ਚੋਂ, ਕਿਉਂਕਿ ਮੇਰੇ ਤੋਂ ਪਹਿਲਾਂ ਕਿਸੇ ਨੇ ਇਹ ਪ੍ਰਗਟ ਨਹੀਂ ਕੀਤਾ ਸੱਚ, ਕਿਸੇ ਸਾਖੀ 'ਚ ਨਹੀਂ ਜ਼ਿਕਰ, ਕਿਸੇ ਇਤਿਹਾਸਕਾਰ ਨੇ ਨਹੀਂ ਕੀਤਾ। ਮੈਂ ਪਾਕਿਸਤਾਨ 'ਚ ਕਿਉਂਕਿ 3-4 ਵਾਰੀ ਜਾ ਚੁੱਕਿਆ। ਪਹਿਲੀ ਫੇਰੀ ਸਮੇਂ ਮੈਂ ਲੱਭਲੀ ਸੀ ਘਟਨਾ ਜਿਹੜੀ ਤੁਹਾਨੂੰ ਸੁਣਾਉਣ ਲੱਗਿਆ, ਅਤੇ ਮੇਰੇ ਰਿਕਾਰਡ 'ਚ ਆ ਗਈ ਉਹ, ਹੁਣ ਸੰਗਤ ਦੇ ਰਿਕਾਰਡ 'ਚ ਵੀ ਹੈਗੀ ਕਿ ਰਾਏ ਬੁਲਾਰ ਖਾਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ 1500 ਮੁਰੱਬਿਆਂ ਦਾ ਮਾਲਕ ਸਨ ਹਜ਼ਰਤ ਆਪਣੇ ਰਾਏ ਬੁਲਾਰ ਸਾਹਿਬ, 750 ਮੁਰੱਬੇ ਜ਼ਮੀਨ ਗਿਫਟ ਦਿੱਤੀ ਸੀ ਜਿਹੜੀ ਨਨਕਾਣਾ ਸਾਹਿਬ। 750 ਮੁਰੱਬੇ ਜ਼ਮੀਨ ਹੈ, ਇੱਕ ਮੁਰੱਬੇ 'ਚ 25 ਏਕੜ ਹੁੰਦੇ ਨੇ, 18,750 ਏਕੜ ਜ਼ਮੀਨ ਹੈ। ਮੈਂ ਜੇ ਮੱਥਾ ਟੇਕਣ ਤਾਂ ਮੱਥਾ ਟੇਕ ਲਿਆ ਜੀ, ਲੰਗਰ ਛਕ ਲਿਆ, ਪ੍ਰਸ਼ਾਦੇ ਛਕ ਲਏ, ਇੱਥੇ ਬੈਠ ਕੇ ਕੀ ਕਰਾਂਗੇ ਸਾਰਾ ਦਿਨ। ਮੈਂ ਸੋਚਿਆ ਵੀ ਇੱਥੇ ਸ਼ਾਇਦ ਛੋਟਾ ਜਿਹਾ ਪਿੰਡ ਹੈ ਇਹ ਨਨਕਾਣਾ ਸਾਹਿਬ, ਇੱਥੇ ਕਾਲਜ ਤਾਂ ਹੋਣਾ ਨਹੀਂ, ਇੱਥੇ ਸਕੂਲ ਹੋਊਗਾ, ਚਲੋ ਆਪਾਂ ਕਿਸੇ ਸਕੂਲ ਚੱਲ। ਮੈਂ ਪੁੱਛਿਆ ਉੱਥੇ ਡਿਊਟੀ 'ਤੇ DSP ਨੂੰ, ਮੈਂ ਕਿਹਾ ਇੱਥੇ ਸਕੂਲ ਤਾਂ ਹੋਣਾ ਨਹੀਂ, ਕਾਲਜ ਤਾਂ ਹੋਣਾ ਨਹੀਂ, ਸਕੂਲ? ਕਹਿੰਦੇ ਕਾਲਜ ਹੈ ਜੀ, ਆਹ ਦੇਖੋ 1.5 ਫਰਲਾਂਗ 'ਤੇ ਆ ਸੜਕ ਜਾਓ, ਇੱਥੇ ਕਾਲਜ ਹੈ ਬਹੁਤ ਸ਼ਾਨਦਾਰ। ਮੈਂ ਗਿਆ, ਗੇਟ 'ਤੇ ਅੰਗਰੇਜ਼ੀ 'ਚ ਅਤੇ ਗੁਰਮੁਖੀ 'ਚ ਲਿਖਿਆ ਹੈ ਗੁਰੂ ਨਾਨਕ ਕਾਲਜ, ਗੁਰੂ ਨਾਨਕ ਡਿਗਰੀ ਕਾਲਜ ਨਨਕਾਣਾ ਸਾਹਿਬ। ਨਾਂ ਨਹੀਂ ਬਦਲਿਆ ਉਹਨਾਂ ਨੇ, ਬਦਲ ਸਕਦੇ ਨਹੀਂ ਬਦਲਿਆ।
मैं अंदर गया, सेवादार आया, सरदार जी सलाम अलैकुम, किनू मिलना है? मैं कहा किसी प्रोफैसर ਨੂੰ। मैं उधरली दानशगाह 'ਚ प्रोफैसर हाँ तो गल्लां कर लांगे। कहंदे जी इम्तिहान हो रहे ने हुण, जे तुसी ये इम्तिहान की ड्यूटी है जी 9 ਤੋਂ 12 तक है, जे तुसी 12 वजे तो बाद आ जाओ तो जिन्होंने प्रोफैसरां नूं मर्जी मिल लो, मैं मिला दूँगा। मैं कहा ठीक है, मैनू कोई काहली नहीं है, मैं 12 वजे आ जाऊँगा। जो मैं वापस परतन लग्या, उत्थों का ठेकेदार आ गया मेरे को, बच्चों का होस्टल बना रहा सी, सलवार कमीज़ पहनी हुई, कद्दावर सुनखा। सरदार जी सत श्री अकाल, मुड़ क्यों चले? मैं दसी गल भी मैं प्रोफैसर हाँ, कोई प्रोफैसर हुंदा इत्थे? वो कहंदा अच्छा प्रोफैसरां तो बिना गल नहीं तुसीं करनी किसी नाल? मैं कहा नहीं भरा, इस तरह की तो कोई मेरी शर्त नहीं है। फिर असीं तो कहना मैं ठेकेदार हाँ, देखो मेरा मैं होस्टल बना रहा, 40 मजदूर ने, मैं 40 ਨੂੰ छुट्टी तुहानूं देखण सार मैं 40 ਨੂੰ छुट्टी कर दी। ਅਸੀਂ ਤਾਂ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਤਿਆਰ ਹਾਂ, ਤੁਸੀਂ ਆਉਂਦੇ ਨਹੀਂ। मैं कहा चलो, किसी ने इट चुकी, इट ते बैठ गया, 3-4 कुर्सियाँ मंगवा लियाँ। मेरा पहला वाक तो उन्हों का पहला उत्तर, मैं क्या ननकाना साहब गुरुद्वारा के नाम किन्नी ज़मीन है? वो कहते क्यों, खाण पीण की रहन सहन की कोई दिक्कत आई थानू? मैं कहा नहीं। फिर क्यों पूछा? मैं क्या मेरे बाबा जी की थां है, मैनू इहदा फिक्र करने का हक नहीं है? कहते नहीं जी, फिक्र करने का हक वड्डियां नूं हुंदा है, आपां छोटे हाँ, अपना हक बंदगी करन दा, साडा फिक्र वो करेगा। एक प्रोफैसर का क्लासरूम लग जाता सी, मैं क्योंकि क्लास दे विच सिखण लई तैयार सां, इस करके मैनूं सिखाउण लई तैयार हो जांदे सी। जे मैं आकड़ च फिरिया रहिंदा भी इन्हां जहाँ लोकां च मैं की लैणा, मैं बैठ गई। फिर आपां ये जिहड़ियां मनोहर गल्लां तुहानूं सुणा रहे अपने कोल आउंदियां नहीं सन। फिर मैं कहा ठीक है भरा, मैं अपनी ज़बान दुरुस्त करदा। अच्छा ये दसो कि मैनू अपने वडेरियां बारे जानकारी इकट्ठी करने का हक तो है? वो कहते हाँ जानकारी इकट्ठी करने का हक। मैं कहा ज़मीन किन्नी है? कहते 18,750 एकड़। मैं क्या ये ज़मीन महाराजा रणजीत सिंह ने दिती सी? वो कहते जी किते दिखा दो मैनू इन्नी ज़मीन महाराजा रणजीत सिंह ने किसी गुरुद्वारे ने दिती होवे। मैं क्या फिर? कहते साडे भट्टियां दे सरदार ने दिती सी। मैं क्या भट्टियां दा सरदार कौन? कहते राय बुलार खान साहब। वो राय बुलार खान साहब भट्टी सन, मैं भुल गया सी, साखी जन्म साखी च लिखिया होया भट्टी सन। वो कहंदा ठेकेदार मैं भी भट्टी हाँ जी, असीं भट्टी बहुत शानदार होने साडे भट्टियां दे वडेरे ने दिती सी ज़मीन है। मैं कहा चारे जन्म साखियां पढ़ियां ने, मैं किते जिक्र नहीं है। ये भरा तुहाडे राहीं जिक्र होया, मेहरबानी करो मैनूं सारी घटना सुणाओ की हुई। वो कहते कि 1500 मुरब्बे ज़मीन के मालक सन राय साहब, पिता दे जमाती भी सन, मेहता कल्याण राय दे ते दोस्त भी सन। इन्नी ज़मीन इन्ने मुरब्बियां का बंदोबस्त करने वास्ते पटवारी की नौकरी पिता जी नूं राय बुलार खान साहब ने दिती सी। दोस्त सन ना, भरोसेयोग सन। अमीरी का तो कोई घाट नहीं सी, हवेलियां बथेरियां ने, लेकिन घर च औलाद नहीं सी। राय बुलार साहब चाहते सन इस घर च दीवा बलदा रहे। अपने खेतों का दौरा करने वास्ते घोड़े ते सवार होके नौकर नाल निकले। हज़रत बाबा नानक हत्थ च सोटी मझां चार रहे सन, उम्र 15-16 साल। घोड़ा नौकर नूं फड़ाया, जोड़े उतारे, नज़दीक गया, महाराज अगे हथ जोड़ के खलो गया, बाबा मेरी मुराद पूरी कर। ये ਜਿਹੜੇ वाक सुना रहे हैं ये जन्म साखी च हैगे, जिथों खत्म हो जाते हैं तुहानूं दसूँगा। ये हैगे राय कहिया बाबा मेरी मुराद पूरी कर। बाबे कहिया कौन घाट है राय जी तुसां पास, की चाहिदा है होर? राय कहिया बाबा तू जाने जाना है, मेरी मुराद पूरी कर। बाबे ने जोड़े उतारे, सोटी ज़मीन ते रखी, कहा अल्लाह परवरदिगार को अरदास करते हैं। अपने हथ की है, अरदास की। कहिया राय जी तुसां दी मुराद पूरी हुई, शक नहीं करना। राय लागा कुरसत करन, ये साखी च लिखा। कुरसत मैनू कुरसत का पता नहीं, मैं महानकोश च देखा। कुरसत मैंने दूरा होकर सलाम करना। राय लागा कुरसत करन, कुरसत करदा करदा पिछे हटिया, नंगे पैरी पैदल हवेली वापस आया। महाराज दे बोल, महाराज की अरदास, महाराज की असीस सदका साल बाद घर च बेटा पैदा होया। ये है नहीं जन्म साखी च,
ਇੱਥੋਂ ਅੱਗੇ ਮੈਨੂੰ ਗੁਰੂ ਨਾਨਕ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਦੱਸੀ ਗੱਲ। ਉਹ ਕਹਿਣ ਲੱਗੇ ਜੀ ਬੇਟੇ ਦੇ ਜਨਮ ਦੀ ਖੁਸ਼ੀ ਇੰਨੀ ਰਾਏ ਸਾਹਿਬ ਨੂੰ ਕਿ ਦਾਵਤ ਦਿੱਤੀ ਸੀ, ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਨਵਾਬ ਦੌਲਤ ਖਾਨ ਆਇਆ ਸੀ ਉਸ ਦਾਵਤ 'ਚ, ਐਡੇ ਵੱਡੇ ਇਕੱਠ 'ਚ, ਐਡੇ ਵੱਡੇ ਲੰਗਰ ਪ੍ਰਸ਼ਾਦਿਆਂ 'ਚ, ਦਾਵਤ 'ਚ ਰਾਏ ਸਾਹਿਬ ਨੇ ਐਲਾਨ ਕੀਤਾ ਸੀ ਕਿ 1500 ਮੁਰੱਬੇ ਜ਼ਮੀਨ ਵਿੱਚੋਂ 750 ਮੁਰੱਬੇ ਹਜ਼ਰਤ ਬਾਬਾ ਨਾਨਕ अलैहिस्सलाम ਦੇ ਨਾਮ ਇੰਤਕਾਲ ਤਬਦੀਲ ਹੋ ਗਏ। ਉਦੋਂ ਦੀ ਇਹ ਜ਼ਮੀਨ ਨਨਕਾਣਾ ਸਾਹਿਬ ਗੁਰਦੁਆਰੇ ਦੇ ਨਾਮ। ਅਗਲੀ ਗੱਲ ਉਹਨੇ ਮੈਨੂੰ ਦੱਸੀ ਜਿਹੜੀ, ਕਹਿੰਦਾ ਜੀ ਵਾਹੁੰਦੇ ਬੀਜਦੇ ਅਸੀਂ ਹਾਂ, ਪਰ ਸਾਡੇ ਮਨ 'ਚ ਲਾਲਚ ਆ ਗਿਆ। ਅਸੀਂ ਲਾਹੌਰ ਜ਼ਿਲ੍ਹੇ 'ਚ ਜ਼ਿਲ੍ਹਾ ਅਦਾਲਤ 'ਚ ਮੁਕੱਦਮਾ ਕਰ ਦਿੱਤਾ ਕਿ ਅਖੀਰਲੀ ਉਮਰੇ ਸਾਡੇ ਵਡੇਰੇ ਰਾਏ ਬੁਲਾਰ ਖਾਨ ਸਾਹਿਬ ਦਾ ਦਿਮਾਗ ਹੱਲ ਗਿਆ ਸੀ। ਇੱਕ ਫਕੀਰ ਸੀ, ਉਹਦਾ ਨਾਂ ਸੀ ਬਾਬਾ ਨਾਨਕ। ਜ਼ਮੀਨ ਦਾ ਅੱਧਾ ਹਿੱਸਾ ਉਹਨੂੰ ਦੇ ਦਿੱਤਾ। ਇਹ ਜ਼ਮੀਨ ਦੇ ਕਾਬਜ਼ ਕਾਸ਼ਤਕਾਰ ਤੇ ਮਾਲਕ ਅਸੀਂ ਹਾਂ, ਸਾਨੂੰ ਮਿਲਣੀ ਚਾਹੀਦੀ ਹੈ। ਅਸੀਂ ਹਾਰ ਗਏ। ਕਹਿੰਦਾ 4 ਸਾਲ ਮੁਕੱਦਮਾ ਚੱਲਿਆ, ਹਾਰ ਗਏ। ਲਾਹੌਰ ਹਾਈ ਕੋਰਟ 'ਚ ਮੁਕੱਦਮਾ 3 ਸਾਲ ਚੱਲਿਆ, ਹਾਰ ਗਏ। ਅਸੀਂ ਸੁਪਰੀਮ ਕੋਰਟ 'ਚ ਮੁਕੱਦਮਾ ਕੀਤਾ, ਇਸਲਾਮਾਬਾਦ, ਪੇਸ਼ੀਆਂ ਹੋਈਆਂ, ਬਹਿਸਾਂ ਹੋਈਆਂ। ਬੈਂਚ ਕਹਿੰਦਾ ਕਿ ਜੱਜਮੈਂਟ ਫੇਰ ਸੁਣਾਵਾਂਗੇ, ਪਹਿਲੋਂ 3-4 ਮੋਤਬਰ ਬੰਦੇ ਅਸੀਂ ਅਦਾਲਤ ਤੋਂ ਬਾਹਰ ਗੱਲ ਕਰਨੀ ਹੈ, ਲੈ ਕੇ ਆਇਓ, ਤੁਹਾਨੂੰ 15 ਦਿਨ ਦੀ ਤਰੀਕ ਦਿੰਦੇ ਹਾਂ, ਅਸੀਂ ਖਾਸ ਗੱਲ ਕਰਨੀ ਹੈ ਕੋਈ ਅਦਾਲਤ ਤੋਂ ਬਾਹਰ। ਅਸੀਂ ਪੁੱਛਿਆ ਜੀ ਠੀਕ ਹੈ, ਅਸੀਂ ਲੈ ਆਵਾਂਗੇ ਮੋਤਬਰ ਬੰਦੇ, ਪਰ ਗੱਲ ਕੀ ਕਰਨੀ ਸਾਨੂੰ ਪਤਾ ਤਾਂ ਹੋਵੇ, ਅਸੀਂ ਤਿਆਰੀ ਕਰਕੇ ਆਈਏ। ਜੱਜ ਕਹਿੰਦੇ ਤੁਸੀਂ ਇਹ ਮੁਕੱਦਮਾ ਦਾਇਰ ਕਰਕੇ ਚੰਗਾ ਕੰਮ ਨਹੀਂ ਕੀਤਾ, ਅਸੀਂ ਤੁਹਾਡੇ ਨਾਲ ਇਹ ਸਲਾਹ ਕਰਨੀ ਹੈ। ਠੀਕ ਹੈ ਜੀ। ਉਹ ਕਹਿੰਦਾ ਜੀ 7 ਬੰਦੇ ਅਸੀਂ ਚੁਣ ਲਏ ਇਲਾਕੇ ਤੋਂ। 11 ਵਜੇ ਸਾਡੇ ਵਕੀਲ ਨੇ ਦੱਸਿਆ ਜੀ ਤੁਸੀਂ ਸੱਦੇ ਸੀ ਵਕੀਲਾਂ ਨੂੰ, ਕਹਿੰਦੇ ਵਕੀਲ ਨਾ ਆਉਣ, ਅਸੀਂ ਵਕੀਲਾਂ ਨਾਲ ਨਹੀਂ ਗੱਲ ਕਰਨੀ, ਅੱਜ ਤਾਂ ਮੁਕੱਦਮੇਵਾਰਾਂ ਨਾਲ ਗੱਲ ਕਰਨੀ ਹੈ। ਘੰਟੇ ਵਾਸਤੇ ਸਸਪੈਂਡ ਕਰ ਦਿੱਤੀ ਅਦਾਲਤ। ਲੈ ਗਏ ਆਪਣੇ ਕਮਰੇ 'ਚ, ਚਾਹ ਪਾਣੀ ਪਿਆਇਆ। ਕਹਿਣ ਲੱਗੇ 10 ਸਾਲ ਦੇ ਕਰੀਬ ਹੋ ਗਿਆ ਸਮਾਂ, ਤੁਸੀਂ ਆਪਣੇ ਬਜ਼ੁਰਗਾਂ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਸਾਡੇ ਬਜ਼ੁਰਗ ਦਾ ਦਿਮਾਗ ਖਰਾਬ ਹੋ ਗਿਆ ਸੀ, ਉਹਨੇ ਅੱਧੀ ਜ਼ਮੀਨ ਕਿਸੇ ਫਕੀਰ ਨੂੰ ਦੇ ਦਿੱਤੀ। ਤੁਹਾਡੇ ਬਜ਼ੁਰਗ ਦਾ ਅੱਧਾ ਦਿਮਾਗ ਤਾਂ ਠੀਕ ਰਿਹਾ ਸੀ, ਅੱਧੀ ਜ਼ਮੀਨ ਰੱਖ ਲਈ। ਜਿਹਨੂੰ ਦਿੱਤੀ ਸੀ ਉਹਨੇ ਤਾਂ ਇੱਧਰ ਦੇਖਿਆ ਵੀ ਨਹੀਂ। ਹਲ ਤਾਂ ਕੀ ਵਾਹੁਣਾ ਸੀ ਕਿ ਮੇਰੀ ਜ਼ਮੀਨ ਹੈ। ਸਿੱਖਾਂ ਨੇ ਇਸ ਜ਼ਮੀਨ ਵੱਲ ਕਦੇ ਨਹੀਂ ਦੇਖਿਆ। ਹੁਣ ਜੱਜ ਦਾ ਵਾਕ ਸੁਣੋ, ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆ ਦੀ ਰੌਸ਼ਨੀ ਦੇਖੀ, ਤੁਸੀਂ ਉਹਨਾਂ ਦੀ ਬਦਨਾਮੀ ਕਰਨ ਵਾਸਤੇ ਅਦਾਲਤਾਂ 'ਚ ਆਏ। ਸਾਡੀ ਤੁਹਾਨੂੰ ਸਲਾਹ ਹੈ ਕਿ ਤੁਸੀਂ ਇਹ ਮੁਕੱਦਮਾ ਵਾਪਸ ਲੈ ਲਓ। ਸਲਾਹ ਹੈ ਅਦਾਲਤ ਤੋਂ ਬਾਹਰ, ਤੁਸੀਂ ਸਾਡੀ ਇਹ ਸਲਾਹ ਮੰਨਣ ਦੇ ਪਾਬੰਦ ਨਹੀਂ ਹੋ। ਸ਼ਾਮ ਨੂੰ 4 ਵਜੇ ਫਿਰ ਆਵਾਜ਼ ਪਏਗੀ, ਤੁਸੀਂ ਆਪਣੇ ਵਕੀਲਾਂ ਰਾਹੀਂ ਪੇਸ਼ ਹੋਣਾ ਅਤੇ ਜੋ ਤੁਹਾਡੀ ਸਲਾਹ ਹੋਵੇ ਸਾਨੂੰ ਦੱਸ ਦੇਣਾ। ਬਾਹਰ ਇਕੱਠ ਸਾਨੂੰ ਉਡੀਕ ਰਿਹਾ ਸੀ। ਕੀ ਹੋਇਆ? ਅਸੀਂ ਆਹ ਗੱਲ ਦੱਸੀ। ਕੀ ਕਰਨਾ ਫਿਰ? ਕੀ ਕਰੀਏ? ਉਹ ਕਹਿੰਦੇ ਮੁਕੱਦਮਾ ਜਾਂ ਤਾਂ ਵਾਪਸ ਲੈ ਲਓ ਜਾਂ ਮੁਕੱਦਮਾ ਹਾਰੋਗੇ। ਜੱਜਾਂ ਨੇ ਦੱਸ ਤਾਂ ਦਿੱਤਾ ਵੀ ਉਹਨਾਂ ਦਾ ਨਜ਼ਰੀਆ ਕੀ ਹੈ। ਹੁਣ ਤੁਸੀਂ ਇਹ ਦੱਸੋ ਕਿ ਜੇ ਹਾਰ ਗਏ ਮੁਕੱਦਮਾ ਤਾਂ ਸੁਪਰੀਮ ਕੋਰਟ ਤੋਂ ਉੱਪਰ ਕਿੱਥੇ ਜਾਓਗੇ ਫਿਰ? ਮੁਕੱਦਮਾ ਹਾਰਨਾ ਹੈ ਕਿ ਮੁਕੱਦਮਾ ਵਾਪਸ ਲੈਣਾ, ਇਹਨਾਂ ਦੋਵਾਂ 'ਚੋਂ ਇੱਕ ਦੀ ਚੋਣ ਕਰਨੀ ਹੈ ਤੁਸੀਂ। ਮੈਨੂੰ ਕਹਿੰਦਾ ਸਰਦਾਰ ਜੀ ਸਾਡੀ ਕਿਸਮਤ ਚੰਗੀ, ਅਸੀਂ ਕਰਮਾਂ ਵਾਲੇ ਨਿਕਲੇ, ਅਸੀਂ ਮੁਕੱਦਮਾ ਵਾਪਸ ਲੈ ਲਿਆ। ਹੁਣ ਮੁਕੱਦਮਾ ਵਾਪਸ ਲੈਣ ਦਾ ਸਾਨੂੰ ਫਾਇਦਾ ਇਹ ਹੋਇਆ ਕਿ ਉੱਪਰਲੇ ਦਰਬਾਰ 'ਚ ਜਦੋਂ ਜਾਵਾਂਗੇ ਅਸੀਂ ਉਹਨਾਂ ਤੋਂ ਮਾफ़ੀ ਤਾਂ ਮੰਗ ਲਾਂਗੇ ਕਿ ਅਸੀਂ ਬਦਨਾਮੀ ਕੀਤੀ ਸੀ ਮਹਾਰਾਜ ਤੁਹਾਡੀ। ਅਸੀਂ ਖਿਮਾ ਮੰਗਣ ਦੇ ਹੱਕਦਾਰ ਤਾਂ ਹੋਏ। ਜੇ ਅਸੀਂ ਮੁਕੱਦਮਾ ਹਾਰ ਜਾਂਦੇ ਫਿਰ ਤਾਂ ਨਾ ਇਸ ਦੁਨੀਆ 'ਚ ਸਾਡਾ ਇੱਜ਼ਤ ਰਹੀ ਸੀ, ਨਾ ਅਗਲੀ ਦੁਨੀਆ 'ਚ ਸਾਡੀ ਇੱਜ਼ਤ ਰਹੀ ਸੀ। ਸੋ ਮਹਾਰਾਜ ਦੀਆਂ ਕੀਰਤੀਆਂ, ਮਹਾਰਾਜ ਦੇ ਕਾਰਨਾਮੇ, ਮਹਾਰਾਜ ਦੇ ਬੋਲ ਕਿੱਥੇ ਕਿੱਥੇ ਕਿਵੇਂ ਕਿਵੇਂ ਗੂੰਜ ਰਹੇ ਨੇ, ਇਹ ਆਪਾਂ ਨੂੰ ਪਤਾ ਨਹੀਂ ਲੱਗਦਾ। 20 ਰੁਪਈਆਂ ਦੀ ਘਟਨਾ ਸੁਣਾਉਣਾ ਇੱਕ ਤੁਹਾਨੂੰ, ਉਹ ਜਿਹੜੇ ਬੋਲ ਤੁਸੀਂ ਸੁਣੇ ਨਹੀਂ ਹਨ। ਮੈਂ ਸੁਣੀਆਂ ਸੁਣਾਈਆਂ ਗੱਲਾਂ ਰਿਪੀਟ ਨਹੀਂ ਕਰਦਾ। ਜਨਮ ਸਾਖੀਆਂ ਦੇ ਵਿੱਚ ਮਾਨਯੋਗ ਸਾਧ ਸੰਗਤ, ਤੁਸੀਂ ਇਸ ਗੱਲ ਦੀ ਦਾਤ ਦਿਓਗੇ ਮੈਨੂੰ ਕਿ ਮੈਂ ਬਹੁਤ ਵੱਡੇ ਤੂੜੀ ਦੇ ਢੇਰ ਵਿੱਚੋਂ ਦਾਣੇ ਲੱਭਦਾ ਰਿਹਾ। ਕੋਈ ਦਾਣਾ ਲੱਭਿਆ ਉਹ ਇਕੱਠਾ ਕਰ ਲੈਂਦਾ ਸੀ। ਜਿੰਨੀਆਂ ਜਨਮ ਸਾਖੀਆਂ ਦੇ ਉੱਪਰ ਮੈਂ ਜਿੰਨਾ ਕੁ ਲਿਖੇ ਨੇ ਲੇਖ, ਉਹ ਇਹ ਸਮਝ ਲਓ ਵੀ ਬਹੁਤ ਵੱਡੇ ਤੂੜੀ ਦੇ ਢੇਰ ਵਿੱਚੋਂ ਬਹੁਤ ਮਿਹਨਤ ਕਰਕੇ ਥੋੜ੍ਹੇ ਜਿਹੇ ਦਾਣੇ ਲੱਭੇ ਨੇ। ਲੇਕਿਨ ਉਹ ਦਾਣੇ ਸੰਗਤ ਨੇ ਇੰਨੇ ਪਸੰਦ ਕੀਤੇ, ਮੈਨੂੰ ਫਲਸਫੇ ਦੀ, ਇਤਿਹਾਸ ਦੀ ਗੱਲ ਨਹੀਂ ਮੇਰੇ ਤੋਂ ਸੁਣਦੇ। ਪ੍ਰੋਫੈਸਰ ਸਾਹਿਬ ਸਾਖੀ ਸੁਣਾਓ, ਆਪਾਂ ਸਾਖੀ ਸੁਣਾਉਣ ਲੱਗ ਜਾਂਦੇ।
ਪਿਤਾ ਜੀ ਨੂੰ ਆਪਣੇ ਬੇਟੇ ਦੇ ਸੁਭਾਅ ਦਾ ਪਤਾ ਸੀ। ਜਦੋਂ 20 ਰੁਪਏ ਦਿੱਤੇ, ਐ ਨਹੀਂ ਵੀ ਜਾਂ ਸੌਦਾ ਲਿਆ ਤੇ ਆਹ ਫੜ 20 ਰੁਪਏ। ਭਾਈ ਬਾਲਾ ਜੀ ਦੇ ਘਰ ਪਹਿਲਾਂ ਗਏ ਸੀ। ਭਾਈ ਬਾਲਾ ਜੀ 4 ਸਾਲ ਉਮਰ 'ਚ ਵੱਡੇ ਸਨ ਤੇ ਪਿਤਾ ਦੇ ਨਿਗਾਹਾਂ ਦੇ ਮੁਤਾਬਕ ਭਾਈ ਬਾਲਾ ਜੀ ਜ਼ਿੰਮੇਵਾਰ ਸਨ। ਜੇ ਭਾਈ ਬਾਲਾ ਜੀ ਨਾਲ ਹੋਣਗੇ ਤਾਂ ਨੁਕਸਾਨ ਨਹੀਂ ਹੋਊਗਾ। ਪਿਤਾ ਦੇ ਮਨ 'ਚ ਇਹ ਵਿਸ਼ਵਾਸ। ਜਦੋਂ ਪਤਾ ਲੱਗਿਆ ਵੀ ਕੀ ਕੀਤਾ, ਭਾਈ ਬਾਲਾ ਜੀ ਦੇ ਘਰ ਗਏ। ਪਹਿਲਾਂ ਭਾਈ ਬਾਲਾ ਜੀ ਨੂੰ ਕਹਿੰਦੇ, ਕਿਸ ਵਾਸਤੇ ਤੂੰ ਸਾਨੂੰ ਭੇਜਿਆ ਸਹੀ? ਬਾਲੇ ਕਹਿਆ, ਜੀ ਅਸਾਂ ਤਾਂ ਬਹੁਤ ਰੋਕੇ, ਸਾਡੀ ਮੰਨਦੇ ਨਹੀਂ। ਅਸਾਂ ਆਖਿਆ ਕਿ ਸੌਦਾ ਖਰੀਦਣਾ ਹੈ, ਰਸਦਾਂ ਖਰੀਦਣੀਆਂ ਹਨ ਦੁਕਾਨ ਵਾਸਤੇ। ਕਹਿਣ ਲੱਗੇ, ਇਹਨਾਂ ਸਾਧੂਆਂ ਕੋਲ ਕਮਾਏ ਹੋਏ ਬੋਲ ਹਨ ਜਿਹੜੇ ਪੈਸਿਆਂ ਤੋਂ ਅਤੇ ਰਸਦਾਂ ਤੋਂ ਬਹੁਤ ਕੀਮਤੀ ਹਨ। ਮੈਂ ਪੈਸਿਆਂ ਬਦਲੇ ਜੇ ਇਹਨਾਂ ਦੇ ਬੋਲ ਲੈਣ 'ਚ ਕਾਮਯਾਬ ਹੋ ਗਿਆ ਤਾਂ ਸਮਝੋ ਮੇਰਾ ਸੱਚਾ ਸੌਦਾ ਖਰਾ ਹੋ ਗਿਆ। ਆਪਾਂ ਤਾਂ ਇਹਨਾਂ ਦੇ ਬੋਲ ਸੁਣਾਂਗੇ, ਅਸੀਸ ਲਵਾਂਗੇ, ਆਪਾਂ ਨੂੰ ਹੋਰ ਸੌਦਾ ਨਹੀਂ ਕੋਈ ਚਾਹੀਦਾ। ਫਿਰ ਘਰ ਆਏ। ਘਰ ਆ ਕੇ ਪੁੱਛਿਆ ਵੀ ਨਾਨਕ ਹੈ ਕਿੱਥੇ ਇਸ ਵਕਤ? ਪਤਾ ਲੱਗਿਆ ਛੱਪੜ ਕਿਨਾਰੇ ਕਰਤਾਰ ਦਾ ਨਾਂ ਲੈ ਰਿਹਾ ਹੈ। ਤੇਜ਼ ਕਦਮੀ ਪਿਤਾ ਬਾਹਰ ਨਿਕਲਿਆ। ਗੁਸੈਲੇ ਪਿਤਾ ਦੇ ਪਿੱਛੇ ਪਿੱਛੇ ਤੇਜ਼ ਕਦਮੀ ਨਾਨਕੀ ਨਿਕਲੀ। ਪਿਤਾ ਨੂੰ ਆਉਂਦਿਆਂ ਦੇਖ ਕੇ ਬਾਬਾ ਅਦਬ ਨਾਲ ਖਲੋਏ ਗਿਆ। ਪਿਤਾ ਨੇ ਪੁੱਛਿਆ, ਕੀ ਕੀਤਾ ਉਸ 20 ਰੁਪਈਆਂ ਦਾ? ਬਾਬੇ ਕਹਿਆ, ਜੀ ਖਰਾ ਸੌਦਾ ਕਰਨ ਦਾ ਹੁਕਮ ਸੀ ਨਾ, ਖਰਾ ਸੌਦਾ ਕਰ ਆਇਆ। ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ। ਸੱਜੇ ਹੱਥ ਨਾਲ ਖੱਬੀ ਗੱਲ ਉੱਤੇ, ਖੱਬੇ ਹੱਥ ਨਾਲ ਸੱਜੀ ਗੱਲ ਉੱਤੇ 2 ਥੱਪੜ ਰਸੀਦ ਕੀਤੇ। ਹੰਝੂਆਂ ਦੀਆਂ ਕੁਝ ਬੂੰਦਾਂ ਛੱਪੜ ਕਿਨਾਰੇ ਡਿੱਗੀਆਂ। ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ, ਪਿਤਾ ਜੀ ਘਰ ਚੱਲੀ। ਮਾਨਯੋਗ ਸਾਧ ਸੰਗਤ, ਇਹ ਜਿਹੜਾ ਵਾਕ ਹੈ ਮੇਰੇ ਲਈ ਇਸ ਕਰਕੇ ਮੁੱਲਵਾਨ ਹੈ ਕਿਉਂਕਿ ਮੈਂ ਸੰਸਾਰ ਧਰਮਾਂ ਦਾ ਵਿਦਿਆਰਥੀ ਹਾਂ। ਸਾਰੇ ਧਰਮ ਗ੍ਰੰਥ ਇਹ ਕਹਿੰਦੇ ਨੇ ਕਿ ਇਹ ਧਰਤੀ ਤੁਹਾਡਾ ਘਰ ਨਹੀਂ ਹੈ, ਇਹ ਸਰਾਂ ਹੈ, ਘਰ ਕਿਤੇ ਹੋਰ ਹੈ ਤੁਹਾਡਾ। ਬੇਬੇ ਨਾਨਕੀ ਜੀ ਦੇ ਮੁੱਖੋਂ ਸਾਖੀਕਾਰ ਜਿਹੜੇ ਇਹ ਬੋਲ ਬੁਲਵਾ ਰਹੇ ਨੇ, ਇਹ ਬੋਲ ਖਾਸ ਹੈ। ਪਿਤਾ ਨੂੰ ਨਹੀਂ ਪਤਾ, ਬੇਬੇ ਨਾਨਕੀ ਉਹਨਾਂ ਨੂੰ ਠੀਕ ਰਸਤੇ 'ਤੇ ਲਿਆ ਰਹੇ ਨੇ ਸਾਖੀ ਅਨੁਸਾਰ। ਪਿਤਾ ਜੀ ਘਰ ਚੱਲੀਏ। ਇਹ ਘਟਨਾ ਹੋਈ। ਰਾਏ ਬੁਲਾਰ ਖਾਨ ਸਾਹਿਬ ਨੂੰ ਖਬਰ ਮਿਲੀ। ਨੌਕਰ ਭੇਜਿਆ, ਮਹਿਤਾ ਕਲਿਆਣ ਰਾਏ ਨੂੰ ਹਵੇਲੀ ਲੈ ਕੇ ਆਓ। ਨੌਕਰ ਘਰ ਗਿਆ। ਪਿਤਾ ਜੀ ਨੂੰ ਖਬਰ ਸੀ ਵੀ ਝਿੜਕਣਗੇ, ਗੁੱਸੇ ਹੋਣਗੇ। ਕਹਿੰਦੇ ਘਰ ਨਹੀਂ ਹਨ, ਜਾ ਕੇ ਕਹਦੇ ਘਰ ਨਹੀਂ ਹਨ। ਵਾਪਸ ਚਲਾ ਗਿਆ ਨੌਕਰ, ਜੀ ਘਰ ਨਹੀਂ ਹਨ। ਰਾਏ ਕਹਿਆ, ਕਿੱਡਾ ਕੁ ਪਿੰਡ ਹੈ ਤਲਵੰਡੀ, ਕਿੱਥੇ ਗਏ ਹੋਣਗੇ? ਇੱਕ ਨੌਕਰ ਹੋਰ ਭੇਜਿਆ। 2 ਨਫਰ ਭੇਜ ਕੇ ਕਿਹਾ, ਬਾਬਾ ਜੀ ਨੂੰ ਵੀ ਨਾਲ ਲੈ ਕੇ ਆਉਣਾ, ਜਿੱਥੇ ਵੀ ਹਨ ਲੱਭ ਕੇ ਲਿਆਓ। ਪਿਤਾ ਪੁੱਤਰ ਰਾਏ ਜੀ ਦੀ ਹਵੇਲੀ ਹਾਜ਼ਰ ਹੋਏ। ਖੜੇ ਹੋ ਕੇ ਰਾਏ ਸਾਹਿਬ ਨੇ ਛਾਤੀ ਨਾਲ ਲਾਇਆ ਮਹਾਰਾਜ ਨੂੰ। ਪਹਿਲਾ ਵਾਕ, ਮਹਿਤਾ ਤੂੰ ਸਾਨੂੰ ਸਖਤ ਤਾਕੀਦ ਕੀਤੀ ਸੀ ਇਸ ਬੱਚੇ ਨਾਲ ਉੱਚੀਆਂ ਸੁਰਾਂ ਵਿੱਚ ਗੱਲ ਨਹੀਂ ਕਰਨੀ, ਅੱਜ ਤਾਂ ਤੁਸੀਂ ਜ਼ਿਆਦਤੀ ਕੀਤੀ। ਪਿਤਾ ਨੇ ਕਿਹਾ, ਜੀ ਪੜ੍ਹਨ ਭੇਜਿਆ ਸੀ, ਪੜ੍ਹਦਾ ਨਹੀਂ। ਪਸ਼ੂ ਚਾਰਨ ਭੇਜਿਆ, ਪਸ਼ੂਆਂ ਵਿੱਚ ਧਿਆਨ ਨਹੀਂ। ਸੋਚਿਆ ਕਿਸੇ ਕੰਮ ਦਾ ਨਹੀਂ, ਹੱਟੀ ਖੁਲਵਾ ਦਿੰਦਾ। 20 ਰੁਪਈਆਂ ਦਾ ਨੁਕਸਾਨ ਕਰਾਇਆ। ਨੌਕਰ ਨੂੰ ਕਹਿਆ, ਅੰਦਰ ਬੇਗਮ ਸਾਹਿਬਾ ਪਾਸ ਜਾਓ, 20 ਰੁਪਏ ਲੈ ਕੇ। ਨੌਕਰ 20 ਰੁਪਏ ਲੈ ਆਇਆ। ਲਓ ਮਹਿਤਾ ਤੁਸਾਂ ਦਾ ਘਾਟਾ ਪੂਰਾ ਕਰਦੇ ਹਾਂ। ਪਿਤਾ ਨੇ ਕਹਿਆ, ਰਾਏ ਜੀ ਪੈਸੇ ਤੁਸਾਂ ਦੇ ਹੋਏ ਕਿ ਅਸਾਂ ਦੇ, ਇਸ ਵਿੱਚ ਕੀ ਫਰਕ, ਕਿਉਂਕਿ ਤੁਸੀਂ ਅਸਾਂ ਦੇ ਹੋ, ਅਸੀਂ ਤੁਸਾਂ ਦੇ। ਰਾਏ ਕਹਿਆ, ਜੇ ਕੋਈ ਫਰਕ ਨਹੀਂ ਫਿਰ ਜ਼ੁਲਮ ਕਾਸ ਲਈ ਕੀਤਾ ਸਾਈ ਅੱਜ ਫਰਿਸ਼ਤੇ ਉੱਪਰ। ਲਫ਼ਜ਼ ਫਰਿਸ਼ਤਾ ਵਰਤੇ ਜੀ, ਦੇਵਤਾ। ਜੇ ਕੋਈ ਫਰਕ ਨਹੀਂ ਪੈਸਿਆਂ ਦਾ, ਇੱਧਰ ਹੋਏ ਕਿ ਉੱਧਰ ਹੋਏ, ਫਿਰ ਅੱਜ ਜ਼ੁਲਮ ਕਾਸ ਲਈ ਕੀਤਾ ਸੀ ਫਰਿਸ਼ਤੇ ਉੱਪਰ। ਪਿਤਾ ਨੇ ਕਹਿਆ, ਜਿਸ ਕੰਮ ਲਾਉਂਦਾ ਹਾਂ ਰਾਏ ਜੀ ਸੋਈ ਉਜਾੜਾ ਕਰਦਾ ਹੈ। ਆਪਣੇ ਔਲਾਦ ਨੂੰ ਜ਼ਿੰਮੇਵਾਰੀ ਸਿਖਾਉਣ ਦਾ ਮੇਰਾ ਕੋਈ ਹੱਕ ਨਹੀਂ। ਅੱਜ 20 ਰੁਪਈਆਂ ਦਾ ਨੁਕਸਾਨ ਕੀਤਾ ਹੈ, ਕੱਲ੍ਹ ਨੂੰ ਵੱਡਾ ਨੁਕਸਾਨ ਕਰੇਗਾ। ਆਪਣੀ ਸੰਤਾਨ ਨੂੰ ਜ਼ਿੰਮੇਵਾਰੀ ਨਾ ਸਿਖਾਵਾਂ ਮੈਂ? ਜਦੋਂ ਸੁਣੀ ਨਾ ਗੱਲ ਕਿ ਵੱਡਾ ਨੁਕਸਾਨ ਕਰੇਗਾ, ਅੱਜ 20 ਰੁਪਈਆਂ ਦਾ ਨੁਕਸਾਨ ਕੀਤਾ, ਫਿਰ ਰਾਏ ਸਾਹਿਬ ਨੇ ਇਹ ਬੋਲ ਕਿਹਾ, ਇਹ ਵਾਕ ਸੁਣਨ ਵਾਲਾ, ਜੋ ਤੁਸਾਂ ਨੂੰ ਦਿਸਦਾ ਨਹੀਂ ਔਰ ਅਸਾਂ ਨੂੰ ਸਾਫ਼ ਦਿਖਾਈ ਦਿੰਦਾ ਹੈ, ਕੁੱਲ ਦੁਨੀਆ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਉਂਦਾ, ਸਾਫ਼ ਦਿਖਾਈ ਦਿੰਦਾ। ਦਰਵਾਜ਼ਾ ਦੌਲਤ। ਇਹ ਸਾਖੀ ਸੁਣ ਕੇ, ਇਹ ਗੱਲਾਂ ਸੁਣ ਕੇ ਈਰਾਨ ਦੇ ਦਾਨਸ਼ਵਰਾਂ ਨੇ ਦਰਵਾਜ਼ੇ ਦਾ ਨਾਂ ਦਰਵਾਜ਼ਾ ਦੌਲਤ ਰੱਖਿਆ। ਅਗਲੇ 2 ਵਾਕ ਰਾਏ ਸਾਹਿਬ ਦੇ ਇਸੇ ਸਾਖੀ ਦੇ, ਮਹਿਤਾ ਤੂੰ ਹਿੰਦੂ ਹੈ,
ਔਰ ਮੈਂ ਮੁਸਲਮਾਨ, ਇਸ ਕਰਕੇ ਝਿਜਕਦਾ ਹਾਂ ਤੁਹਾਡਾ ਭਾਈਚਾਰਾ ਚਰਚਾ ਕਰੇਗਾ, ਲੇਕਿਨ ਕਈ ਵਾਰ ਦਿਲ ਵਿੱਚ ਆਇਆ ਕਿ ਇਸ ਬੱਚੇ ਨੂੰ ਤੁਹਾਡੇ ਘਰੋਂ ਆਪਣੀ ਹਵੇਲੀ ਲੈ ਆਵਾਂ। ਮੈਂ ਤਾਂ ਇਸੇ ਕਰਕੇ ਮੇਰੀ ਤਲਵੰਡੀ ਵਸਦੀ ਹੈ। ਕਿਆ ਬਾਤ ਹੈ। ਇੱਕ ਇੱਕ ਵਾਕ ਇੱਕ ਇੱਕ ਕਿਤਾਬ ਜਿੰਨਾ ਮੁੱਲਵਾਨ ਹੈ। ਇਹਨਾਂ ਵਾਕਾਂ ਨੂੰ ਆਪਾਂ ਨਜ਼ਰਅੰਦਾਜ਼ ਕਿਵੇਂ ਕਰ ਦਈਏ? ਕੀਤੇ ਰਹੇ ਹੁਣ ਤੱਕ, ਸਾਰੇ ਕੀਤੇ, ਸਾਰੇ ਵਾਕ ਨਜ਼ਰਅੰਦਾਜ਼ ਕੀਤੇ। ਇੰਨੇ ਸੌਖੇ ਵਾਕ, ਇੰਨੇ ਮਾਇਨੇ ਡੂੰਘੇ। ਲਓ 2 ਵਾਕ ਸੁਣੋ। ਭਾਈ ਮਰਦਾਨਾ ਜੀ ਮਹਾਰਾਜ ਨਾਲ ਜਾ ਰਹੇ ਨੇ। ਲੰਮੇ ਪੈਂਡੇ, ਦੂਰੀਆਂ, ਬਿਖੜੇ ਰਾਹ। ਭਾਈ ਮਰਦਾਨਾ ਜੀ ਕਹਿੰਦੇ ਭੁੱਖ ਲੱਗੀ ਹੈ ਮਹਾਰਾਜ, ਕੁਝ ਖਾਣ ਨੂੰ ਮਿਲੇ। ਬਾਬੇ ਕਹਿਆ ਉਹ ਦੇਖੋ ਦਰਖਤ ਨਾਲ ਜਲੇਬੀਆਂ ਤਾਂ ਲਟਕਦੀਆਂ ਹਨ, ਕਿੰਨੀਆਂ ਮਠਿਆਈਆਂ ਤਾਂ ਹਨ, ਤੋੜੋ ਤੇ ਖਾਓ। ਭਾਈ ਮਰਦਾਨਾ ਜੀ ਇਹ ਨਹੀਂ ਕਹਿੰਦੇ ਕਿ ਸਾਨੂੰ ਮਜ਼ਾਕ ਨਾ ਕਰੋ। ਭਾਈ ਮਰਦਾਨਾ ਜੀ ਕਹਿੰਦੇ ਨੇ ਮਹਾਰਾਜ ਜੋ ਨਜ਼ਰ ਤੁਸਾਂ ਪਾਸ ਹੈ ਸਾਨੂੰ ਉਹ ਨਜ਼ਰ ਵੀ ਤਾਂ ਮਿਲੇ, ਉਹ ਨਜ਼ਰ ਦਿਓ। ਤੁਹਾਨੂੰ ਦਿਸ ਰਹੀਆਂ ਨੇ, ਹੈਗੀਆਂ ਉੱਥੇ, ਮੈਨੂੰ ਨਹੀਂ ਦਿਸਦੀਆਂ। ਫਿਰ ਵਾਕ ਨੇ ਬਾਬਾ ਤੂੰ ਅਤੀਤ ਪੁਰਖ ਹੈ। ਅਤੀਤ ਪੁਰਖ ਹੁੰਦਾ ਹੈ, ਅਤੀਤ ਮੈਨੇ ਪਾਸਟ, ਪਿਛਲਿਆਂ ਜ਼ਮਾਨਿਆਂ ਦੇ ਵਿੱਚ ਕੋਈ ਮਹਾਂਪੁਰਖ ਜਿਹਦੀਆਂ ਸਿਰਫ ਗੱਲਾਂ ਹੀ ਸੁਣੀਆਂ ਨੇ, ਅਸੀਂ ਦੇਖੇ ਨਹੀਂ, ਉਹਨੂੰ ਅਤੀਤ ਪੁਰਖ ਆਖਦੇ ਨੇ। ਬਾਬਾ ਤੂੰ ਅਤੀਤ ਪੁਰਖ ਹੈ। ਭੁੱਖਾਂ, ਤਰੇਹਾਂ, ਪਿਆਸਾਂ, ਥਕਾਨਾਂ ਤੋਂ ਦੂਰ ਪਾਰ, ਜਾਂ ਤਾਂ ਸਾਨੂੰ ਵੀ ਅਤੀਤ ਕਰ ਜਾਂ ਫਿਰ ਖਾਣ ਨੂੰ ਕੁਛ ਦੇ। ਇਹ ਲੈਂਗੁਏਜ ਹੈ ਭਾਈ ਮਰਦਾਨਾ ਜੀ ਦੀ। ਇੱਕ ਸਾਦਾ ਵਾਕ ਸੁਣੋ। ਕਿਸੇ ਪਿੰਡ 'ਚ ਕੀਰਤਨ ਕੀਤਾ, ਸੰਗਤ ਨੇ ਮਹਾਰਾਜ ਤੋਂ ਅੱਖ ਬਚਾ ਕੇ ਕਿਸੇ ਸ਼ਰਧਾਲੂ ਨੇ ਭਾਈ ਮਰਦਾਨਾ ਜੀ ਦੇ ਬੋਝੇ 'ਚ ਇੱਕ ਮੋਹਰ ਪਾ ਦਿੱਤੀ, ਅਸ਼ਰਫੀ। ਤੁਰ ਪਏ। ਰਾਤ ਪੈਣ ਲੱਗੀ, ਹਨੇਰਾ ਹੋਇਆ, ਜੰਗਲ ਦੇ ਕਿਨਾਰੇ ਰਾਤ ਕੱਟਾਂਗੇ, ਫੈਸਲਾ ਹੋ ਗਿਆ, ਲੇਟ ਗਏ। ਭਾਈ ਮਰਦਾਨਾ ਜੀ ਕਹਿੰਦੇ ਜੀ ਬਾਬਾ ਜੀ ਡਰ ਲੱਗਦਾ ਹੈ। ਬਾਬੇ ਕਹਿਆ ਜਿਸ ਵਸਤੂ ਸਦਕਾ ਡਰ ਲੱਗਦਾ ਹੋਵੇ ਸੁੱਟ ਦਈਦੀ ਹੈ ਭਾਈ। ਇਹ ਨਹੀਂ ਪੁੱਛਿਆ ਕਿਉਂ ਡਰ ਲੱਗਦਾ, ਪਹਿਲਾਂ ਤਾਂ ਡਰ ਨਹੀਂ ਲੱਗਦਾ ਸੀ ਨਾ। ਮਾਨਯੋਗ ਸਾਧ ਸੰਗਤ ਫਲਸਫੇ ਦੀ ਜੜ ਹੈ ਵਾਕ। ਸਾਨੂੰ ਡਰ, ਜੇ ਸਾਡੇ ਉਹ ਕਹਾਵਤ ਨਹੀਂ ਹੈ ਪੰਜਾਬ ਦੀ, ਨੰਗ ਪੁੱਤ ਚੋਰਾਂ 'ਚ ਖੇਡੇ। ਜਿਹਦੇ ਕੋਲ ਕੱਖ ਨਹੀਂ ਹੈ ਉਹ ਚੋਰਾਂ ਨੂੰ ਕਹੂ ਆਓ ਆਪਾਂ ਗੁੱਲੀ ਡੰਡਾ ਖੇਡੀਏ, ਇੱਥੋਂ ਲੱਭਣਾ ਤਾਂ ਕੁਛ ਹੈ ਨਹੀਂ। ਤੋ ਜਿਹਦੇ ਕੋਲ ਕੁਛ ਹੋਊਗਾ ਉਹਨੂੰ ਬਚਾਉਣ ਵਾਸਤੇ ਫਿਕਰ ਹੋਏਗਾ। ਆਪਾਂ ਫਿਕਰਮੰਦ ਹੁੰਦੇ ਹਾਂ ਇਸ ਲਈ ਕਿ ਅਸੀਂ ਕੁਛ ਆਪਣੇ ਕੋਲ ਰੱਖੀ ਬੈਠੇ ਹਾਂ, ਪ੍ਰਾਪਰਟੀ, ਬੱਚੇ, ਫਿਊਚਰ, ਇੱਜ਼ਤ, ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਫਿਕਰ ਹੈ, ਇਸ ਕਰਕੇ ਅਸੀਂ ਘਬਰਾਏ ਜਾਂਦੇ ਹਾਂ। ਲੇਕਿਨ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹੈ ਜਿਹੜਾ, ਉਹ ਵੱਖਰੀ ਤਰ੍ਹਾਂ ਦਾ ਹੈ। ਭਾਈ ਮਰਦਾਨਾ ਜੀ ਦੀ ਡਿਊਟੀ ਲਾਈ ਮਾਪਿਆਂ ਨੇ ਕਿ ਨਾਨਕ ਨੇ ਇਸ ਤਰ੍ਹਾਂ ਤਾਂ ਆਉਣਾ ਹੀ ਨਹੀਂ, ਜਾਓ ਸੁਲਤਾਨਪੁਰ ਜਾਓ, ਨਾਨਕ ਨੂੰ ਕਹੋ ਪਰਿਵਾਰ ਯਾਦ ਕਰਦਾ ਹੈ। ਭਾਈ ਮਰਦਾਨਾ ਜੀ ਚਲੇ ਗਏ। ਕਿੱਥੇ ਨੇ ਬਾਬਾ ਜੀ? ਕਹਿੰਦੇ ਉੱਥੇ ਨੇ ਮੋਦੀਖਾਨੇ 'ਚ। ਗਏ, ਦੁਆ ਸਲਾਮ ਹੋਈ। ਬਾਬਾ ਪਰਿਵਾਰ ਯਾਦ ਕਰਦਾ ਹੈ, ਸੱਦਿਆ ਹੈ ਆਪ ਨੂੰ। ਬਾਬੇ ਕਹਿਆ ਭਲਾ ਯਾਦ ਕਰਾਇਆ ਹੀ ਮਰਦਾਨਿਆਂ, ਭਲਾ ਯਾਦ ਕਰਵਾਇਆ। ਅਸਾਂ ਦਾ ਪਰਿਵਾਰ ਬਹੁਤ ਵੱਡਾ ਹੈ ਔਰ ਬਹੁਤ ਯਾਦ ਕਰਦਾ ਹੈ। ਇਕੱਲਿਆਂ ਜਾਣ ਦਾ ਮਨ ਨਹੀਂ ਕਰਦਾ, ਤੁਸੀਂ ਆ ਗਏ, ਇਕੱਠੇ ਚੱਲਾਂਗੇ। ਸਾਰਾ ਸੰਸਾਰ ਅਸਾਂ ਦਾ ਘਰ ਹੈ। ਭਾਈ ਮਰਦਾਨਾ ਜੀ ਚੁੱਪ ਕਰ ਗਏ ਕਿਉਂਕਿ ਜਾਣਾ ਨਹੀਂ ਸੀ। ਰਹਿੰਦੇ ਰਹੇ ਉੱਥੇ। 5-7 ਦਿਨ ਬੀਤੇ। ਇੱਕ ਦਿਨ ਬਾਬੇ ਕਹਿਆ ਭਾਈ ਜੀ ਕੋਈ ਸਾਜ਼ ਖਰੀਦੀਏ। ਮਰਦਾਨੇ ਕਹਿਆ ਜੀ ਜੋ ਹੁਕਮ। ਕਿਹੜਾ ਸਾਜ਼? ਜੋ ਤੁਸਾਂ ਨੂੰ ਭਾਵੇ। ਬਾਬੇ ਕਹਿਆ ਬਾਕੀ ਦੇ ਸਾਜ਼ ਤਾਂ ਦੁਨੀਆ ਦੇ ਸਾਜ਼ ਹੋਏ, ਰਬਾਬ ਗੁਰਮੁਖੀ ਸਾਜ਼ ਹੋਇਆ, ਰਬਾਬ ਖਰੀਦੀਏ ਜੀ। ਜੋ ਹੁਕਮ। ਫਿਰ ਇਉਂ ਕਰੋ ਭਾਈ ਜੀ ਕੋਈ ਅੱਛੀ ਰਬਾਬ ਖਰੀਦ ਕੇ ਲੈ ਕੇ ਆਓ। ਮਰਦਾਨੇ ਕਹਿਆ ਲਿਆਓ ਬਾਬਾ ਜੀ ਪੈਸੇ ਦਿਓ। ਬਾਬੇ ਕਹਿਆ ਪੈਸੇ ਤਾਂ ਹੈ ਨਹੀਂ ਅਸਾਂ ਪਾਸ। ਮਰਦਾਨੇ ਕਹਿਆ ਜੀ ਉਧਾਰ ਆਪਾਂ ਨੂੰ ਕੋਈ ਨਹੀਂ ਦੇਵਦਾ, ਪੈਸੇ ਦਿਓ। ਬਾਬੇ ਕਹਿਆ ਕੀ ਕਰੀਏ ਭਾਈ ਜੀ, ਸਵਾਲੀ ਬਣਨਾ ਚੰਗਾ ਤਾਂ ਨਹੀਂ, ਗਰਜ਼ ਕਾਰੇ ਕਰਾਉਂਦੀ ਹੈ। ਬੇਬੇ ਨਾਨਕੀ ਜੀ ਪਾਸ ਜਾਓ, ਉੱਥੋਂ ਪੈਸੇ ਮਿਲਣਗੇ। ਭਾਈ ਮਰਦਾਨਾ ਜੀ ਗਏ, ਭੈਣ ਨੂੰ ਮੱਥਾ ਟੇਕਿਆ। ਰਬਾਬ ਖਰੀਦਣ ਲਈ ਬੇਬੇ ਮਾਇਆ ਚਾਹੀਦੀ ਹੈ। ਨਾਨਕੀ ਕਹਿਆ ਇੱਕ ਕਿਉਂ ਭਾਈ, 100 ਰਬਾਬਾਂ ਤੁਸਾਂ ਤੋਂ ਕੁਰਬਾਨ। ਅੰਦਰ ਗਏ,
ਮੁੱਠੀ 'ਚ ਜਿੰਨੇ ਚਾਂਦੀ ਦੇ ਰੁਪਈਏ ਆਏ ਭਾਈ ਮਰਦਾਨਾ ਜੀ ਦੀ ਝੋਲੀ 'ਚ ਪਾ ਕੇ ਕਹਿੰਦੇ ਅੱਛੀ ਰਬਾਬ ਖਰੀਦਣੀ, ਸਰਫਾ ਨਹੀਂ ਕਰਨਾ, ਜੇ ਥੁੜ ਜਾਣ ਤਾਂ ਹੋਰ ਮੰਗਣੇ ਆ ਕੇ। ਖੁਸ਼ੀ ਖੁਸ਼ੀ ਮਹਾਰਾਜ ਕੋਲ ਗਏ, ਬਾਬਾ ਜੀ ਆਗਿਆ ਦਿਓ 2-3 ਦਿਨਾਂ ਦੀ। ਗੇੜਾ ਦੇ ਆਏ ਲਾਗੇ ਚਾਗੇ ਦੇ ਪਿੰਡਾਂ 'ਚ, ਖਾਲੀ ਹੱਥ ਆ ਗਏ। ਬਾਬੇ ਕਹਿਆ ਕਿਉਂ ਭਾਈ ਲੈ ਕੇ ਨਹੀਂ ਆਏ ਰਬਾਬ? ਮਰਦਾਨੇ ਕਹਿਆ ਜੀ ਤੁਸਾਂ ਦੇ ਕੰਮ ਦੀ ਕੋਈ ਰਬਾਬ ਨਹੀਂ ਦਿਸੀ, ਤੁਸਾਂ ਦੀ ਆਵਾਜ਼ ਨਾਲ ਸਾਥ ਨਹੀਂ ਦਿੰਦੀਆਂ ਰਬਾਬਾਂ। ਬਾਬੇ ਕਹਿਆ ਦੋਹਾਂ ਦਰਿਆਵਾਂ ਵਿਚਕਾਰ ਜੱਟਾਂ ਦਾ ਪਿੰਡ ਹੈ ਇੱਕ ਆਸ਼ਕਪੁਰਾ, ਉੱਥੇ ਫਿਰੰਦਾ ਨਾਂ ਦਾ ਇੱਕ ਸਜਿੰਦਾ ਹੈ, ਕਾਰੀਗਰ ਹੈ ਬੜਾ ਉੱਤਮ, ਹਿੰਦੂ ਹੈ, ਫੇਰੂ ਵੀ ਆਖਦੇ ਹਨ। ਉਸ ਪਾਸ ਜਾਓ ਰਬਾਬ ਮਿਲੇਗੀ, ਔਰ ਜੇ ਨਾ ਨੁੱਕਰ ਕਰੇ ਤਿਨਾਂ ਪਾਸ ਅਸਾਂ ਦਾ ਨਾਮ ਲੈਣਾ। ਵਾਹ, ਕਿਤੇ ਜ਼ਿਕਰ ਨਹੀਂ ਕਿ ਫਿਰੰਦਾ ਮਿਲਿਆ ਹੋਵੇ ਮਹਾਰਾਜ ਨੂੰ। ਮਹਾਰਾਜ ਕਿਵੇਂ ਜਾਣਦੇ ਸਨ ਪਤਾ ਨਹੀਂ। ਗਏ ਜੀ ਭਾਈ ਮਰਦਾਨਾ ਜੀ, ਪਿੰਡ ਲੱਭ ਲਿਆ, ਫਿਰੰਦਾ ਘਰ ਸੀ। ਦੁਆ ਸਲਾਮ ਹੋਈ ਜੀ, ਰਬਾਬ ਚਾਹੀਦੀ ਹੈ ਇੱਕ ਉੱਤਮ ਕਿਸਮ ਦੀ। ਫਿਰੰਦੇ ਕਹਿਆ ਰਬਾਬ ਮਿਲ ਤਾਂ ਜਾਏਗੀ ਭਾਈ ਜੀ, ਇਸ ਵਕਤ ਤਿਆਰ ਨਹੀਂ, ਮਹੀਨੇ ਲੱਗਣਗੇ, ਜਿਹੋ ਜੀ ਤੁਸੀਂ ਮੰਗ ਕਰਦੇ ਹੋ। ਕਿੱਲੀ ਨਾਲ ਲਟਕਦੀ ਰਬਾਬ ਵੱਲ ਇਸ਼ਾਰਾ ਕਰਕੇ ਮਰਦਾਨੇ ਕਹਿਆ ਉਹ ਪਈ ਤਾਂ ਹੈ ਇੱਕ, ਉਹ ਦਿਓ। ਫਿਰੰਦੇ ਕਹਿਆ ਸੋ ਤੁਸਾਂ ਦੇ ਕੰਮ ਦੀ ਨਾ ਹੈ ਜੀ, ਕੀ ਨੁਕਸ ਹੈ ਇਸ ਵਿੱਚ? ਨੁਕਸ ਪੁੱਛਦੇ ਹੋ, ਨੁਕਸ ਕੀ ਹੋਣਾ ਹੈ? ਡਾਢੀ ਮੁਸ਼ੱਕਤ ਕਰਕੇ ਬਣਾਈ ਹੈ, ਬਹੁਤ ਸ਼ਾਨਦਾਰ ਰਬਾਬ ਹੈ, ਨੁਕਸ ਕੋਈ ਨਹੀਂ। ਫਿਰ ਦਿੰਦੇ ਕਿਉਂ ਨਹੀਂ? ਗੁਰੂ ਨਾਨਕ ਦੇਵ ਕਾਮਲ ਫਕੀਰ, ਇਹ ਨਾਂ ਸੁਣਿਆ ਹੈ ਕਦੀ? ਤਿਨਾਂ ਦੇ ਕਦਮਾਂ ਦਾ ਧਿਆਨ ਧਰ ਕੇ ਰਬਾਬ ਬਣਾਈ ਹੈ ਡਾਢੀ ਮੁਸ਼ੱਕਤ ਨਾਲ, ਕਦੀ ਦੀਦਾਰ ਨਸੀਬ ਹੋਣਗੇ ਦਿਆਂਗਾ। ਜਦੋਂ ਭਾਈ ਮਰਦਾਨਾ ਜੀ ਨੇ ਦੱਸਿਆ ਜੀ ਉਹਨਾਂ ਨੇ ਭੇਜੇ, ਤੁਹਾਡਾ ਨਾਂ ਤੇ ਸਿਰਨਾਵਾ ਮਹਾਰਾਜ ਨੇ ਦੱਸਿਆ ਮੈਨੂੰ। ਫਿਰੰਦੇ ਕਹਿਆ ਜਿਨ੍ਹਾਂ ਦਾ ਨਾਮ ਲੈ ਕੇ ਸੰਸਾਰ ਤਰੇਗਾ, ਤਿਨਾਂ ਦੀ ਜ਼ੁਬਾਨ ਉੱਪਰ ਅਸਾਂ ਦਾ ਨਾਮ ਆਇਆ, ਸਾਡੇ ਵਰਗਾ ਖੁਸ਼ਕਿਸਮਤ ਕੌਣ ਹੈ ਸੰਸਾਰ ਵਿੱਚ? ਸਾਡਾ ਨਾਂ ਲਿਆ ਉਹਨਾਂ ਨੇ। ਜੇ ਇਹ ਗੱਲ ਹੈ ਤਾਂ ਬੈਠੇ ਕਾਸ ਲਈ ਹਾਂ ਅਸੀਂ ਇੱਥੇ, ਅਸਾਂ ਨੂੰ ਝਬਦੇ ਤਿਨਾਂ ਪਾਸ ਲੈ ਚੱਲ। ਅੱਖ ਦੇ ਪਲਕਾਰੇ ਜਿੰਨੇ ਚਿਰ 'ਚ ਰਬਾਬ ਨਹੀਂ ਦਿੱਤੀ ਭਾਈ ਮਰਦਾਨਾ ਜੀ ਨੂੰ। ਭਾਈ ਮਰਦਾਨਾ ਜੀ ਅੱਗੇ ਅੱਗੇ, ਰਬਾਬ ਸਮੇਤ ਭਾਈ ਫਿਰੰਦਾ ਜੀ ਪਿੱਛੇ ਪਿੱਛੇ ਆ ਗਏ। ਮਹਾਰਾਜ ਦੇ ਚਰਨਾਂ 'ਚ ਰਬਾਬ ਰੱਖੀ। ਬਾਬੇ ਕਹਿਆ ਕੀ ਭੇਟਾ ਹੈ ਭਾਈ ਜੀ, ਕੀ ਰਕਮ ਤਾਰੀ ਹੈ ਤੁਹਾਡੀ ਰਬਾਬ ਦੀ? ਫਿਰੰਦੇ ਕਹਿਆ ਜੀ ਦੀਦਾਰ, ਸੋ ਨਸੀਬ ਹੋਈ ਗਈ ਹੈ, ਅਸੀਸਾਂ ਮਿਲੀਆਂ। ਭਾਈ ਮਰਦਾਨੇ ਦੇ ਹੱਥ 'ਚ ਰਬਾਬ ਫੜਾਉਂਦੇ ਹੋਏ ਮਹਾਰਾਜ ਨੇ ਫਰਮਾਇਆ ਭਾਈ ਜੀ ਤੁਸਾਂ ਕੋ ਤਾਰ ਦਾ ਗੁਣ ਬਖਸ਼ਿਆ। ਪਹਿਲਾ ਵਾਕ। ਦੂਜਾ ਵਾਕ ਇਸ ਨੂੰ ਵੇਚਣਾ ਨਹੀਂ। ਤੀਜਾ ਵਾਕ ਦਾਰਾ ਸਵਾਲੀ ਨੂੰ ਖਾਲੀ ਨਹੀਂ ਮੋੜਨਾ। ਦੋ ਵਾਕ ਤਾਂ ਸੁਣ ਲਏ ਭਾਈ ਮਰਦਾਨਾ ਜੀ ਨੇ ਚੁੱਪ ਚਪੀਤੇ। ਤੀਜਾ ਵਾਕ ਦਾਰਾ ਸਵਾਲੀ ਨੂੰ ਖਾਲੀ ਨਹੀਂ ਮੋੜਨਾ ਸੁਣ ਕੇ ਹੱਸ ਪਏ, ਕਹਿੰਦੇ ਅਸਾਂ ਕੰਗਾਲਾਂ ਪਾਸ ਕੌਣ ਆਏਗਾ ਜੀ ਸਵਾਲੀ? ਬਾਬੇ ਕਹਿਆ ਜੋ ਦੌਲਤ ਤੁਸਾਂ ਨੂੰ ਨਸੀਬ ਹੋਈ ਭਾਈ ਜੀ, ਜ਼ਮਾਨੇ ਤਰਸਣਗੇ ਉਸ ਤਾਈਂ। ਰਬਾਬ ਛੇੜ ਬਾਣੀ ਆਈ। ਅਖੀਰਲੀ ਸਾਖੀ ਸੁਣਾ ਦਿੰਦਾ ਭਾਈ ਮਰਦਾਨਾ ਜੀ ਦੀ ਵਿਛੋੜੇ ਦੀ। ਭਾਈ ਮਰਦਾਨਾ ਜੀ ਸੰਸਾਰ 'ਚ ਬਹੁਤ ਸਾਖੀਆਂ ਨੇ, ਮੈਨੂੰ ਬੜੀਆਂ ਯਾਦ ਨੇ, ਪੜ੍ਹਦਾ ਰਹਿਣਾ, ਵਾਰ-ਵਾਰ ਸੁਣਾਉਂਦਾ ਰਹਿਣਾ। ਟ੍ਰੇਨ 'ਚ, ਬੱਸ 'ਚ, ਟਾਂਗੇ 'ਚ, ਜਹਾਜ਼ 'ਚ ਜਿਹੜਾ ਕੋਈ ਫਸ ਜੇ। ਇਹ ਨਹੀਂ ਹੈ ਮੈਂ ਸਿੱਖਾਂ ਦੀਆਂ ਸਾਖੀਆਂ ਸੁਣਾਉਣਾ, ਹਦੀਸਾਂ ਸੁਣਾ ਦਿੰਦਾ ਮੁਸਲਮਾਨਾਂ ਨੂੰ, ਉਪਨਿਸ਼ਦਾਂ ਦੀਆਂ, ਵਿਦਾਂਤ ਦੀਆਂ, ਪੁਰਾਣ ਕਥਾਵਾਂ ਹਿੰਦੂ ਨੂੰ ਸੁਣਾ ਦਿੰਦਾ। ਦੇਖੋ ਕਹਾਣੀ ਸਾਖੀ ਸੁਣਾਉਣ ਦੀ ਕਲਾ ਹੈ ਜਿਹੜੀ, ਇਹ ਤਾਂ ਸਿੱਖਣੀ ਚਾਹੀਦੀ ਹੈ, ਰਿਆਜ਼ ਨਾਲ ਆਉਂਦੀ ਹੈ, ਇਹ ਵੀ ਕੀਰਤਨ ਵਾਂਗੂ। ਲੇਕਿਨ ਕਹਾਣੀ ਸੁਣਨ ਦੀ ਵੀ ਸੁਣਨ ਦਾ ਵੀ ਸਲੀਕਾ ਚਾਹੀਦਾ ਹੁੰਦਾ ਹੈ। ਸੁਣਨ ਦਾ ਸਲੀਕਾ ਹੈ ਮਾਦਰੀ ਬੈਨਰ ਜੀ ਨੂੰ, ਬੰਗਾਲ ਦੇ ਸਿੱਖ ਵਿਦਵਾਨ ਮਤਲਬ ਸਿੱਖ ਸਟੱਡੀਜ਼ ਦੇ ਵਿਦਵਾਨ, ਬ੍ਰਾਹਮਣ ਹੁੰਦੇ ਨੇ ਬੈਨਰ ਜੀ। ਬੈਨਰ ਜੀ ਨੇ ਜਿਹੜੇ, ਇਹ ਬੰਗਾਲ ਦੇ ਬ੍ਰਾਹਮਣ ਨੇ। ਹਿਮਾਦਰੀ ਬੈਨਰ ਜੀ, ਇੰਦੂ ਭੂਸ਼ਣ ਬੈਨਰ ਜੀ, AC ਬੈਨਰ ਜੀ, ਇਹਨਾਂ ਨੇ ਸਿੱਖ ਸਟੱਡੀ 'ਤੇ ਬਹੁਤ ਕੰਮ ਕੀਤਾ। ਹਿਮਾਦਰੀ ਬੈਨਰ ਜੀ ਆਏ, ਵਿਦਿਆਰਥੀ ਦਾ PhD ਦਾ ਲਿਆ ਇਮਤਿਹਾਨ, ਦੁਪਹਿਰ ਦਾ ਖਾਣਾ ਖਵਾਇਆ। ਮੈਂ ਕਿਹਾ ਚਲੋ ਜੀ ਫਿਰ ਗੱਡੀ ਚੜਾਵਾਂ ਤੁਹਾਨੂੰ, 2:30 ਵਜੇ ਵਾਲੀ ਦਿੱਲੀ ਨੂੰ ਜਾਂਦੀ ਹੈ ਜਿਹੜੀ। ਬੈਠ ਗਏ, ਗਰਮੀ ਦੀ ਰੁੱਤ ਸੀ, ਗੱਡੀ ਆਉਣ 'ਚ ਮੈਨੂੰ ਦੇਰ ਸੀ। ਮੈਨੂੰ ਕਹਿੰਦੇ ਪੰਨੂ भाई गाड़ी आने में भी देर है, आप जाओगे तो नहीं, मुझे ऐसे छोड़ के रुकना पड़ेगा। आपको कोई बात याद हुआ करती है, कोई शेर, कोई साखी, कोई प्रमाण? मैं क्या जी मैनू शिव पुराण चो याद है 2-3 वाक। इरशाद
नारद ने शिव जी ਨੂੰ ਪੁੱਛਿਆ, ਮਹਾਰਾਜ ਕਿੱਥੋਂ ਆਏ ਸੀ ਅਸੀਂ, ਕੀ ਕਰਨ ਆਏ ਸੀ ਧਰਤੀ 'ਤੇ, ਕਿੱਥੇ ਜਾਵਾਂਗੇ ਇਹਦੇ ਤੋਂ ਬਾਅਦ। शिव जी ने कहा, ਤੁਸੀਂ ਅਤੇ ਅਸੀਂ हे नारद ਇਸ ਧਰਤੀ 'ਤੇ 1000 ਵਾਰ ਆਏ, ਤੁਸੀਂ ਸਾਡੇ ਤੋਂ 1000 ਵਾਰੀ ਇਹੀ ਸਵਾਲ ਪੁੱਛਿਆ। ਉਹ ਜਵਾਬ ਜਿਹੜਾ 1000 ਵਾਰੀ ਦੇ ਚੁੱਕੇ ਹੋਏ ਆ ਉਹੀ ਫੇਰ ਦੇਣ ਲੱਗੇ ਆ। ਹੁਣ ਭੁੱਲਣਾ ਨਹੀਂ ਨਾਰਦ, ਹੁਣ ਯਾਦ ਰੱਖਣਾ। ਹਿਮਾਦਰੀ ਬੈਨਰਜੀ खड़े हो गए, सैंडल उतार के नंगे पैरी मेरे सामने हाथ जोड़ के कहते, मैं आदमी हूँ, मैं फिर भूलूँगा, आप भगवान हो, आपको फिर याद कराना पड़ेगा। आदमी में और भगवान में यही तो फ़र्क है, आदमी बार बार भूलेगा, भगवान याद बार बार याद कराएंगे। ये सलीका है साखी सुनन दा ते रिस्पोंड करन दा। लास्ट अफगानिस्तान ते पाकिस्तान दे बॉर्डर ते अज भी कुर्रम दरिया वगदा है, महाराज दे वक्तां च भी वगदा सी। तुरे जा रहे ने दोवें महापुरख। मर्दाने कहा, जी बाबा जी थकान हो गई है, कुछ आराम करिए। बाबे कहा, चलो उस दरख्त हेठ आराम करते हैं। महाराज बैठ गए, भाई मर्दाना जी पहला बैठे फिर लेट गए। महाराज नज़दीक गए, मत्थे ते हथ रखिया, तेज़ बुखार सी। होर नज़दीक गए, शीस अपनी गोद च रख लिया, फरमाया, भाई जी तुसी असां पासों हुण विछड़न लगे हो, की इच्छा है तुसां दी, तुहाडी यादगार वजों कोई मस्जिद उसार दईए। भाई मर्दाना जी चुप। सारी उम्र असां दी संगत कीती, कोई धर्मसाल उसारीए। भाई मर्दाना जी चुप। कहो भाई जी की उसारीए। मर्दाने कहा, जी बाबा जी खुशकिस्मत हाँ, तुसां दी गोद विच बैठा हड्ड मास दी कैद विचों मुक्त होण लगा। किरपा करो महाराज, मैनू मुक्त करो, इट्टां चूने ते गारे दी कैद विच बंद ना करो। बाबे कहा, तां भी भाई जी तुद उपर असां दी खरी खुशी है, खाली नहीं जान देना। धरती उपरली कोई वस्तु मंगो, धरती तो पार दी कोई वस्तु मंगो, जो मंगोगे सो देंगे। मर्दाने कहा, बाबा तैं खुदाए देखिया, तैं खुदाए पाया, और तेरा कहा खुदाई मंदी है। बाबा मैं तेनू देखिया, मैं तेनू पाया, और मेरा कहा तू मंदा है। तुद आ गए असां दी बेनती है अज एक, असां नू विछोड़ना ना ही अपने नालों, ना इत्थे ना उत्थे। बाबे कहा, भाई जी तुद उपर असां दी खरी खुशी है, जिथे तेरा वासा तिथे मेरा वासा। एक फकीर दी वसीयत है, ये वसीयत गुरु नानक देव जी दी सच्ची अदालत च रजिस्टर हुई हुई है। जिन्ना चिर भाई मर्दाना जी तैयार नहीं होए सन, महाराज ने उदासियां शुरू नहीं कीतियां सन। जदों भाई मर्दाना जी का साथ विछड़ गया, उदासियां समाप्त। रबाब उठाई, तलवंडी पिंड का रुख किया, अपने घर नहीं गए, भाई मर्दाना जी के घर नहीं गए, पिंड के विचकार खूह के मन ते बैठ गए। पिंड आउंदा गया, दड़ियां विछदियां गईयां। भाई मर्दाना जी के घर खबर अपड़ी, वड्डा बेटा शाहजाद आया, मत्था टेकिया, संगत च बैठ गया। थोड़ी देर बाद संगत नूं पुछण लग्या, जी अब्बू कित्थे हैं? किसी नूं पता नहीं सी। फिर महाराज के नज़दीक गया, जी बाबा जी अब्बू किवें हाई, अब्बू कित्थे हाई? बाबे कहा, शाहजाद पुत्र तुसां दे अब्बू निज घर चले गए हैं। ਜਿਹੜੇ ਨਿੱਜ ਘਰ ਚਲੇ ਜਾਵਣ ਤਿਨਾਂ ਦਾ ਸੋਗ ਨਹੀਂ ਕਰਨਾ, ਤਿਨਾਂ ਦੇ ਨਾਂ ਦਾ ਸਰੂਪ ਆਓ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੈਂਡਾ ਮਾਰ ਕੇ ਤਲਵੰਡੀ ਪਿੰਡ ਆਇਆ ਹਾਂ। ਸ਼ਾਹਜ਼ਾਦ ਪੁੱਤਰ ਮੰਗੋ, ਦਿਲ ਵਿੱਚ ਜੋ ਇੱਛਾ ਹੈ ਮੰਗੋ। ਸ਼ਾਹਜ਼ਾਦ ਕਹਿਆ, ਬਾਬਾ ਤੁਸੀਂ ਤਲਵੰਡੀ ਪਿੰਡ ਤਾਂ ਰਹੇ ਹੀ ਨਹੀਂ, ਸੰਸਾਰ ਵਿੱਚ ਤੁਸੀਂ ਵਿਦਿਆ ਵੰਡਦੇ ਰਹੇ। ਤਲਵੰਡੀ ਪਿੰਡ ਅਨਪੜ੍ਹਾਂ ਦਾ ਅਨਪੜ੍ਹ, ਮੂਰਖਾਂ ਦਾ ਮੂਰਖ। ਸਾਨੂੰ ਤਾਂ ਇਹ ਵੀ ਪਤਾ ਨਹੀਂ ਵੱਡਿਆਂ ਤੋਂ ਮੰਗੀ ਦਾ ਕੀ ਹੁੰਦਾ ਹੈ। ਇਹ ਸ਼ਾਹਜ਼ਾਦ ਦੀ ਜ਼ਬਾਨ ਹੈ। ਬਾਬਾ ਅਸਾਂ ਕੋ ਤਾਂ ਪਤਾ ਵੀ ਨਹੀਂ ਕਿ ਵੱਡਿਆਂ ਤੋਂ ਮੰਗੀ ਦਾ ਕੀ ਹੁੰਦਾ ਹੈ। ਬਾਬੇ ਕਹਿਆ, ਸ਼ਾਹਜ਼ਾਦ ਪੁੱਤਰ ਤੁਸਾਂ ਦੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ ਅਸੀਂ, ਅਸਾਂ ਦਾ ਫੈਸਲਾ ਹੈ ਤੁਸਾਂ ਨੂੰ ਖਾਲੀ ਨਹੀਂ ਰਹਿਣ ਦੇਵਾਂਗੇ। ਜੋ ਸੰਸਾਰ ਦੀ ਕੋਈ ਚੀਜ਼ ਮੰਗਣੀ ਹੈ, ਸੰਸਾਰ ਤੋਂ ਪਾਰ ਦੀ ਕੋਈ ਚੀਜ਼ ਮੰਗਣੀ ਹੈ, ਨਿਸ਼ੱਕ ਮੰਗੋ, ਖਾਲੀ ਨਹੀਂ ਰਹਿਣ ਦੇਵਾਂਗੇ। ਸ਼ਾਹਜ਼ਾਦ ਕਹਿਆ, ਜੇ ਮਿਹਰਬਾਨ ਹੋਏ ਹੋ ਬਾਬਾ ਫਿਰ ਉਹ ਦਿਓ ਨਾ ਜੋ ਅੱਬੂ ਨੂੰ ਦਿੱਤਾ ਸਾਈ। ਕੁਛ ਨਹੀਂ ਪੁੱਛਿਆ,
ਕੀ ਮੰਗਿਆ ਸੀ? ਕੁਛ ਨਹੀਂ ਪੁੱਛਿਆ, ਕੀ ਦਿੱਤਾ ਸੀ? ਮਹਾਰਾਜ ਨੇ ਰਬਾਬ ਹੱਥਾਂ ਤੇ ਟਿਕਾਈ, ਕੀਰਤਨ ਸ਼ੁਰੂ ਹੋਇਆ। ਸਾਖੀਕਾਰ ਦਾ ਅੰਤਮ ਬੋਲ ਇਸ ਸਾਖੀ 'ਚ, ਵਿਦਾਇਗੀ ਦੀ ਸਾਖੀ 'ਚ, ਖੂਹ ਦੇ ਕਿਨਾਰੇ ਤਲਵੰਡੀ ਪਿੰਡ ਦੇ ਵਾਸੀਆਂ ਨੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕੀਰਤਨ ਦੇ ਦਰਿਆ ਅੰਦਰ ਦੇਰ ਤੱਕ ਤੀਰਥ ਇਸ਼ਨਾਨ ਕੀਤਾ। ਤਲਵੰਡੀ ਪਿੰਡ ਦੇ ਵਾਸੀਆਂ ਨੇ ਖੂਹ ਕਿਨਾਰੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕੀਤੇ ਕੀਰਤਨ ਦੇ ਦਰਿਆ ਅੰਦਰ ਦੇਰ ਤੱਕ ਤੀਰਥ ਇਸ਼ਨਾਨ ਕੀਤਾ। ਇਹਨਾਂ ਮਹਾਂਪੁਰਖਾਂ ਨੂੰ ਪ੍ਰਣਾਮ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੇ ਵੀ ਉਵੇਂ ਮਿਹਰਬਾਨ ਹੋਣ ਜਿਵੇਂ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਜਿੱਡਾ ਸਿਦਕ ਸਾਨੂੰ ਵੀ ਦੇਣ, ਅਸੀਂ ਉਸ ਤਰ੍ਹਾਂ ਵਿਸ਼ਵਾਸ ਕਰੀਏ। ਆਪਾਂ ਫੇਰ ਜੁੜਦੇ ਰਹੀਏ, ਬਚਨ ਬਿਲਾਸ ਵੱਡਿਆਂ ਦੇ ਸੁਣੀਏ, ਕਹੀਏ, ਲਿਖੀਏ, ਕਦਰ ਕਰੀਏ। ਇਹਨਾਂ ਬੋਲਾਂ ਨਾਲ ਖਿਮਾ ਕਰਨਾ, ਕੋਈ ਗਲਤੀ ਹੋਵੇ ਬਹੁਤ ਮਿਹਰਬਾਨ ਹੋ ਤੁਸੀਂ, ਮਾफ़ ਕਰਨਾ। ਮਹਾਰਾਜ ਦੀ ਹਜ਼ੂਰੀ 'ਚ ਸੰਗਤ ਦੇਰ ਤੱਕ ਬੈਠੀ ਇਹ ਜਾਣ ਕੇ ਕਿ ਕੁਛ ਮਿਲੇਗਾ। ਬੋਲ ਸਨ ਜੋ ਕੁਛ ਮਹਾਰਾਜ ਨੇ ਇਕੱਠੇ ਕਰਕੇ ਆਪਾਂ ਨੂੰ ਦਿੱਤੇ, ਉਹੀ ਸਾਂਝੇ ਕੀਤੇ, ਪ੍ਰਸ਼ਾਦ ਰੂਪ 'ਚ ਵੰਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।